वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी ਸਵੇਰ ਦੀ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਵਿਚਾਰ ਚੱਲ ਰਹੀ ਹੈ ਸ਼੍ਰੀ ਗੁਰੂ ਨਾਨਕ ਚਮਤਕਾਰ ਭਾਈ ਵੀਰ ਸਿੰਘ ਜੀ ਦੀ ਰਚਨਾ, ਉਹਦੇ ਵਿੱਚੋਂ ਸਤਿਗੁਰਾਂ ਦੀਆਂ ਪਾਵਨ ਸਾਖੀਆਂ ਆਪਾਂ ਵਿਚਾਰ ਰਹੇ ਹਾਂ। ਕੱਲ ਦੀ ਸਾਖੀ ਆਪ ਜੀ ਨੇ ਸਰਵਣ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਕਿਵੇਂ ਹਰਿਦੁਆਰ ਜਾਂਦੇ ਆ। ਹਰਿਦੁਆਰ ਦੇ ਪੰਡਤਾਂ ਅਤੇ ਉੱਥੋਂ ਦੇ ਵਸਨੀਕਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਉਪਦੇਸ਼ ਦ੍ਰਿੜ ਕਰਵਾਉਂਦੇ ਆ। ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਹੋਏ ਅਨੇਕਾਂ ਮਨੁੱਖਾਂ ਦਾ ਹਨੇਰਾ ਦੂਰ ਕਰਦੇ ਹੋਏ ਸਤਿਗੁਰਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਸੂਰਜ ਗ੍ਰਹਿਣ ਦਾ ਸਮਾਂ ਆ ਗਿਆ ਹੈ ਤੇ ਕੁਰੂਕਸ਼ੇਤਰ ਦੀ ਧਰਤੀ ਹੈ ਜਿੱਥੇ ਕੌਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ ਸੀ ਅੰਬਾਲੇ ਦੇ ਕੋਲ। ਇਸ ਕੁਰੂਕਸ਼ੇਤਰ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਸੂਰਜ ਗ੍ਰਹਿਣ ਦੇ ਵੇਲੇ ਪਹੁੰਚਦੇ ਆ। ਸੋ ਇੱਥੋਂ ਅੱਜ ਆਪਾਂ ਸਾਖੀ ਆਰੰਭ ਕਰਨੀ ਹੈ। ਗੁਰੂ ਨਾਨਕ ਸਾਹਿਬ ਕਿਵੇਂ ਇੱਥੋਂ ਕੁਰੂਕਸ਼ੇਤਰ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਆ, ਉੱਥੋਂ ਦੇ ਪੰਡਤਾਂ ਨੂੰ ਉਪਦੇਸ਼ ਦਿੰਦੇ ਆ। ਇੱਕ ਪੰਡਤ ਦਾ ਨਾਮ ਨਾਨੂ ਪੰਡਤ ਹੋਇਆ। ਉਹ ਨਾਨੂ ਪੰਡਤ ਨੂੰ ਮਹਾਰਾਜ ਕਿਵੇਂ ਉਪਦੇਸ਼ ਦਿੰਦੇ ਆ, ਉਹ ਸਾਰੀ ਵਿਥਿਆ ਅੱਜ ਦੀ ਸਾਖੀ ਦੇ ਵਿੱਚ ਆਏਗੀ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਾਰੀ ਸੰਗਤ ਦਾ ਧੰਨਵਾਦ। ਆਓ ਆਪਾਂ ਆਰੰਭਤਾ ਕਰੀਏ। ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗ੍ਰਹਿਣ ਲੱਗ ਰਿਹਾ ਸੀ ਤੇ ਸਾਰੀ ਦੁਨੀਆ ਇਸ਼ਨਾਨ ਤੇ ਦਾਨ ਦੇ ਵਿੱਚ ਜੁਟੀ ਹੋਈ ਸੀ। ਇਸ ਦਿਨ ਲੋਕੀ ਦਾਨ ਵੀ ਕਰਦੇ, ਇਸ਼ਨਾਨ ਵੀ ਕਰਦੇ ਆ। ਉਸ ਵੇਲੇ ਸਤਿਗੁਰੂ ਜੀ ਧਿਆਨ ਚ ਮਗਨ ਬੈਠੇ ਸੀ ਤੇ ਮਰਦਾਨਾ ਭਾਈ ਮਰਦਾਨਾ ਜੀ ਲਾਹੀ ਰੰਗ ਚ ਜਗਤ ਆਧਾਰ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਕਰ ਰਹੇ ਹਨ। ਇਸੇ ਵੇਲੇ ਇੱਕ ਰਾਣੀ ਤੇ ਉਹਦਾ ਪੁੱਤਰ ਆ ਪਹੁੰਚਦੇ ਆ। ਇਹ ਇੱਕ ਰਾਣੀ ਤੇ ਇਹਦਾ ਪੁੱਤਰ ਜਿਹੜਾ ਇਹਨਾਂ ਦਾ ਰਾਜ ਜਿਹੜਾ ਖੋਇਆ ਗਿਆ ਸੀ, ਰਾਜ ਭਾਗ ਖੋਇਆ ਸੀ ਕਿਸੇ ਨੇ, ਤੇ ਰਾਹ ਦੇ ਵਿੱਚ ਜਿਹੜਾ ਯੁਵਰਾਜ ਸੀ ਉਸ ਰਾਣੀ ਦਾ ਪੁੱਤਰ ਸੀ, ਉਹਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ, ਮਿਰਗ ਦਾ ਸ਼ਿਕਾਰ ਕੀਤਾ। ਉਹਨੂੰ ਪਤਾ ਨਹੀਂ ਸੀ ਕਿ ਅੱਜ ਸੂਰਜ ਗ੍ਰਹਿਣ ਹੈ। ਉਹਨੇ ਉਹ ਸਾਧ ਸੰਗਤ ਤੇ ਸ਼ਿਕਾਰ ਕਰ ਲਿਆ ਤੇ ਜਦੋਂ ਉਸ ਤੀਰਥ ਨੂੰ ਆ ਰਿਹਾ ਸੀ ਤੇ ਅੱਗੇ ਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਬੈਠੇ ਸਨ, ਗੁਰੂ ਸਾਹਿਬ ਦੇ ਲਾਗੋਂ ਦੀ ਜਦੋਂ ਲੰਘਣ ਲੱਗਦੇ ਆਏ, ਸਤਿਗੁਰਾਂ ਦਾ ਨੂਰਾਨੀ ਚਿਹਰਾ ਦੇਖ ਕੇ ਇਹ ਜਿਹੜਾ ਸਾਧ ਸੰਗਤ, ਇਹ ਰਾਜਕੁਮਾਰ ਜਿਹੜਾ ਸੀ ਇਹ ਘੋੜੇ ਤੋਂ ਥੱਲੇ ਉਤਰਦਾ, ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਦਾ ਹੈ, ਚਰਨਾਂ ਤੇ ਝੁਕ ਕੇ ਨਮਸਕਾਰ ਕਰਦਾ ਹੈ ਤੇ ਸਤਿਗੁਰਾਂ ਦੇ ਹਜ਼ੂਰ ਉਹ ਜਿਹੜਾ ਇਹਨੇ ਮਿਰਗ ਮਾਰਿਆ ਸੀ, ਹਿਰਨ ਨੂੰ ਮਾਰਿਆ ਸੀ ਜਿਹਨੂੰ, ਉਹ ਗੁਰੂ ਸਾਹਿਬ ਦੇ ਹਜ਼ੂਰ ਰੱਖ ਕੇ ਮੱਥਾ ਟੇਕ ਦਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਗਿਆ ਕਰ ਦਿੰਦੇ। ਮਹਾਰਾਜ ਕਹਿੰਦੇ ਭਾਈ ਇਹਨੂੰ ਮਟਕੇ ਚ ਪਾ ਕੇ ਤੇ ਰਿੰਨਣਾ ਧਰ ਦੋ। ਇਹ ਜਿਹੜਾ ਮਿਰਗ ਹੈ ਇਹਨੂੰ ਵੱਢ ਕੇ ਮਟਕੇ ਚ ਪਾ ਕੇ ਰਿੰਨਣਾ ਧਰ ਦੋ। ਜਦੋਂ ਮਹਾਰਾਜ ਇਹ ਹੁਕਮ ਕਰਦੇ ਆ ਤੇ ਉੱਥੇ ਸਾਧ ਸੰਗਤ ਜਿਹੜੇ ਉਸ ਰਾਜਕੁਮਾਰ ਦੇ ਨਾਲ ਦੇ ਉਹਦੇ ਸੰਗੀ ਸਾਥੀ ਜੋ ਉਹਦੇ ਅਹਿਲਕਾਰ ਆਦਿਕ ਸਨ, ਉਹ ਹੁਕਮ ਮੰਨ ਕੇ ਜਲਦੀ ਇੱਕ ਵੱਡੇ ਭਾਂਡੇ ਦੇ ਵਿੱਚ ਉਸ ਮਿਰਗ ਨੂੰ ਪਾ ਕੇ ਵੱਢ ਕੇ ਤੇ ਉਹਦਾ ਮੀਟ ਰਿੰਨਣਾ ਧਰ ਦਿੰਦੇ ਆ। ਇੰਨੇ ਚਿਰ ਨੂੰ ਸਾਧ ਸੰਗਤ ਹੁਣ ਲੱਕੜਾਂ ਤੇ ਜਦੋਂ ਮੀਟ ਰਿੰਨਣਾ ਧਰਿਆ ਤੇ ਅੱਗ ਬਲਦੀ ਹੈ, ਧੂੰਆਂ ਉੱਠਦਾ ਹੈ ਤੇ ਸੂਰਜ ਗ੍ਰਹਿਣ ਦੇ ਵੇਲੇ ਇਹ ਮਨੌਤ ਮੰਨੀ ਜਾਂਦੀ ਸੀ ਕਿ ਕੋਈ ਵੀ ਆਪਣੇ ਘਰ ਦੇ ਵਿੱਚ ਚੁੱਲ੍ਹਾ ਨਹੀਂ ਸੀ ਬਾਲ ਸਕਦਾ, ਕਿਸੇ ਪ੍ਰਕਾਰ ਦਾ ਕੋਈ ਭੋਜਨ ਤਿਆਰ ਨਹੀਂ ਸੀ ਕਰ ਸਕਦਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਹ ਮੀਟ ਰਿੰਨਣਾ ਧਰਿਆ ਹੈ ਤੇ ਉਹ ਲੱਕੜਾਂ ਦੀ ਅੱਗ ਜਦੋਂ ਬਲੀ ਤੇ ਧੂੰਆਂ ਬਾਹਰ ਨਿਕਲਿਆ ਤੇ ਪੰਡਤਾਂ ਨੇ ਦੇਖਿਆ ਆਸੇ ਪਾਸੇ ਵੀ ਇਹ ਕਿਹੜੇ ਪਾਸਿਓਂ ਧੂੰਆਂ ਆ ਰਿਹਾ। ਜਦੋਂ ਉਹਨਾਂ ਦੇਖਿਆ ਤੇ ਸਾਧ ਸੰਗਤ ਉਹ ਗੁਰੂ ਸਾਹਿਬ ਦੇ ਵੱਲ ਨੂੰ ਆਏ ਤੇ ਇਹਨੇ ਚਿਰ ਨੂੰ ਗੁਰੂ ਸਾਹਿਬ ਨੂੰ ਇਹ ਜਿਹੜਾ ਰਾਜਕੁਮਾਰ ਸੀ, ਇਹਨੇ ਤੇ ਇਹਦੀ ਮਾਂ ਨੇ ਆਪਣਾ ਸਾਰਾ ਦੁੱਖੜਾ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਸਾਡੇ ਨਾਲ ਕੀ ਬੀਤੀ ਹੈ, ਸਾਡਾ ਰਾਜ ਭਾਗ ਖੋਇਆ ਗਿਆ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਸਤਿਗੁਰਾਂ ਨੇ ਫਰਮਾਇਆ, ਉਪਦੇਸ਼ ਦਿੱਤਾ ਕਿ ਰਾਜਕੁਮਾਰ, ਰਾਜ ਜਿਹੜਾ ਹੁੰਦਾ ਹੈ ਉਹ ਦੁੱਖਾਂ ਦਾ ਮੂਲ ਹੈ। ਰਾਜ ਨੂੰ ਪ੍ਰਜਾ ਦੀ ਸੇਵਾ ਸਮਝੇ ਤੇ ਪ੍ਰਜਾ ਨੂੰ ਆਪਣੀ ਔਲਾਦ ਸਮਝ ਕੇ ਪਾਲੇ, ਮਨ ਦਾ ਰੌਂ ਸਾਈ ਦੀ ਹੋਂਦ ਵਿੱਚ ਰੱਖੇ, ਭਾਵ ਮਨ ਦਾ ਟਿਕਾਣਾ ਵਾਹਿਗੁਰੂ ਦੇ ਵਿੱਚ ਰੱਖੇ ਤੇ ਰਾਜ ਵਿੱਚ ਪਰਉਪਕਾਰ ਕਰੇ। ਰਾਜ ਵੀ ਮਨੋ ਕਿਰਤ ਬਣ ਜਾਂਦਾ। ਮਹਾਰਾਜ ਕਹਿੰਦੇ ਫਿਰ ਰਾਜ ਵੀ ਕਿਰਤ ਬਣ ਜਾਂਦਾ ਹੈ ਜੇ ਮਨੁੱਖ ਪਰਉਪਕਾਰੀ ਜੀਵਨ ਜੀਵੇ।
ਜਿਸ ਦੀ ਸੁਰਤ ਸਾਈਂ ਦੇ ਨਾਲ ਸੁਰ ਹੁੰਦੀ ਰਹਿੰਦੀ ਹੈ, ਜੋ ਸਰਬੱਤ ਦਾ ਭਲਾ ਕਰਨ ਵਿੱਚ ਦੇਹੀ ਨੂੰ ਸਫਲ ਕਰਦਾ ਹੈ, ਉਹਦਾ ਆਇਆ ਸਫਲ ਹੈ। ਹੇ ਰਾਜ ਪੁੱਤਰ, ਸਤਿਗੁਰਾਂ ਨੇ ਕਿਹਾ ਸੰਬੋਧਨ ਹੋ ਕੇ ਕਿ ਹੇ ਰਾਜ ਪੁੱਤਰ, ਜੇ ਤੂੰ ਸਾਈਂ ਵਿੱਚ ਲੱਗ ਜਾਵੇਂ, ਜੇ ਵਾਹਿਗੁਰੂ ਨੂੰ ਯਾਦ ਕਰੇ, ਪ੍ਰਜਾ ਨੂੰ ਪਾਲਣ ਦਾ ਖਿਆਲ ਮੁੜ ਪੱਕਾ ਕਰੇ ਤੇ ਰਾਜ ਮੁੜ ਪੈਣਾ ਕੋਈ ਵੱਡੀ ਗੱਲ ਨਹੀਂ ਹੈ, ਤੇਰੇ ਕੋਲ ਰਾਜ ਆ ਜਾਵੇਗਾ। ਇਹ ਸਤਿਗੁਰਾਂ ਨੇ ਇਹਨੂੰ ਵਰ ਵੀ ਦਿੱਤਾ ਹੈ, ਮਹਾਰਾਜ ਨੇ ਉਪਦੇਸ਼ ਵੀ ਦਿੱਤਾ। ਇਹਨੇ ਚਿਰ ਨੂੰ ਪੰਡਤ ਆ ਗਏ, ਬੜਾ ਗੁੱਸੇ ਚ ਆਣ ਕੇ ਬੋਲੇ ਆ ਤੇ ਕਿ ਤੂੰ ਕੌਣ ਹੈ? ਮਹਾਰਾਜ ਨੂੰ ਕਹਿੰਦੇ ਆਣ ਕੇ, ਕਹਿੰਦੇ ਤੂੰ ਕੌਣ ਹੈ, ਤੇਰਾ ਧਰਮ ਕੀ ਹੈ, ਤੂੰ ਸੂਰਜ ਗ੍ਰਹਿਣ ਦੇ ਵੇਲੇ ਚੁੱਲ੍ਹਾ ਗਰਮ ਕੀਤਾ, ਤੈਨੂੰ ਪਤਾ ਨਹੀਂ ਹੈ? ਤੇ ਸਤਿਗੁਰਾਂ ਨੇ ਕਿਹਾ ਭਾਈ, ਭੁੱਖ ਸ਼ਮਨ ਵਾਸਤੇ ਭਖ ਰਿਹਾ ਹੈ ਚੁੱਲ੍ਹਾ। ਮਹਾਰਾਜ ਨੇ ਕਿਹਾ ਭੁੱਖ ਆ ਸਾਨੂੰ ਲੱਗੀ ਹੋਈ ਤੇ ਅਸੀਂ ਕੁਝ ਖਾਣਾ, ਇਸ ਕਰਕੇ ਚੁੱਲ੍ਹਾ ਪਕਾ ਲਿਆ, ਫੇਰ ਕਿਹੜੀ ਗੱਲ ਹੋ ਗਈ। ਤੇ ਜਦੋਂ ਪੰਡਤ ਜਿਹੜੇ ਸੀ ਬਾਂਦੇ ਕਰੋਧ ਚ ਭਰ ਕੇ ਮਹਾਰਾਜ ਨੂੰ ਮਾਰਨ ਵਾਸਤੇ ਅੱਗੇ ਵਧੇ ਆ, ਗੁਰੂ ਨਾਨਕ ਸਾਹਿਬ ਨੂੰ, ਸਤਿਗੁਰਾਂ ਨੇ ਜਦੋਂ ਤੱਕਿਆ ਤੇ ਮਹਾਰਾਜ ਨੇ ਕਿਹਾ ਜੇ ਦੇਗ ਵਿੱਚ ਰਿੱਝ ਰਿਹਾ ਗ੍ਰਹਿਣ ਵਿੱਚ ਮਣਾ ਹੈ ਤੇ ਸਾਡਾ ਮਾਰਨਾ ਗ੍ਰਹਿਣ ਵਿੱਚ ਕਿਹੜਾ ਚੰਗਾ ਹੈ। ਮਹਾਰਾਜ ਨੇ ਕਿਉਂ ਉਹਨਾਂ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਮਾਰ ਕੇ ਕੁਝ ਬਣਾਉਣਾ, ਕੁਝ ਧਰਨਾ ਇਹ ਮਾੜੀ ਗੱਲ ਹੈ, ਤੇ ਫਿਰ ਤੁਸੀਂ ਮੈਨੂੰ ਕਿਉਂ ਮਾਰਨ ਆ ਰਹੇ ਹੋ? ਤੁਸੀਂ ਮੈਨੂੰ ਮਾਰੋਗੇ, ਕੀ ਇਹ ਗ੍ਰਹਿਣ ਸਮੇਂ ਚੰਗੀ ਗੱਲ ਹੈ? ਉਹ ਸਾਰੇ ਦੇ ਸਾਰੇ ਰੁਕ ਗਏ ਜਦੋਂ ਗੁਰੂ ਸਾਹਿਬ ਨੇ ਗੱਲ ਆਖੀ। ਤੇ ਮਹਾਰਾਜ ਨੇ ਕਿਹਾ ਜੀ ਸਦਕੇ ਆਓ, ਜੇ ਕੁਛ ਵਿਚਾਰ ਕਰਨੀ ਹੈ ਤੇ ਕਰ ਲਓ। ਇਹ ਸੁਣ ਕੇ ਸਾਰੇ ਵਿਚਾਰੇ ਸ਼ਰਮਿੰਦੇ ਹੋ ਗਏ। ਫਿਰ ਛੇਤੀ ਇੱਕ ਨਾਨੂ ਨਾਮ ਦਾ ਪੰਡਤ ਸੀ, ਜਿਹੜਾ ਬੜਾ ਦਿਗਵਿਜੇ ਸੀ। ਦਿਗਵਿਜੇ ਭਾਵ ਉਹ ਕਈ ਪੰਡਤਾਂ ਦੇ ਨਾਲ ਵਿਚਾਰ ਕਰਕੇ ਉਹਨਾਂ ਨੂੰ ਜਿੱਤ ਚੁੱਕਾ ਸੀ, ਸ਼ਾਸਤਰਾਂ ਦੀ ਵਿਚਾਰ ਕਰਕੇ। ਇੰਨਾ ਪੜ੍ਹਿਆ ਲਿਖਿਆ ਤੇ ਇੰਨਾ ਸ਼ਾਸਤਰਾਂ ਦਾ ਵਿਚਾਰ ਕਰਨ ਵਾਲਾ ਸੀ ਇਹ ਨਾਨੂ ਪੰਡਤ। ਤੇ ਸਾਰਿਆਂ ਪੰਡਤਾਂ ਨੇ ਉਹਨੂੰ ਸੱਦਾ ਘੱਲਿਆ। ਉਹਨੇ ਆ ਕੇ ਮਾਸ ਤੇ ਚਰਚਾ ਛੇੜ ਲਈ ਮਹਾਰਾਜ ਦੇ ਨਾਲ, ਮਾਸ ਖਾਣਾ ਚੰਗਾ ਹੈ ਜਾਂ ਮਾਸ ਖਾਣਾ ਮਾੜਾ ਹੈ, ਇਹੋ ਜਿਹੀ ਗੱਲ ਮਹਾਰਾਜ ਦੇ ਅੱਗੇ ਛੇੜੀ। ਫਿਰ ਸਤਿਗੁਰਾਂ ਨੇ ਉਹਨੂੰ ਦੱਸਿਆ ਕਿ ਜਿਹੜਾ ਮਨੁੱਖਾਂ ਜਨਮ ਹੈ ਪਸ਼ੂਆਂ ਤੋਂ ਉੱਚੀ ਜੂਣਿਆ। ਮਨੁੱਖਾਂ ਦੇਹ ਵਿੱਚ ਪਸ਼ੂ ਬਿਰਤੀ ਨਾਲੋਂ ਵਿਰਤੇਕ ਬੁੱਧੀ ਜਿਹੜੀ ਹੈ ਵਧਵੀਂ ਸ਼ੈ ਹੈ। ਮਹਾਰਾਜ ਨੇ ਕਿਹਾ ਹਾਂ, ਜਿਹੜੇ ਪਸ਼ੂ ਹੁੰਦਾ ਹੈ ਉਹਨਾਂ ਦੀ ਬੁੱਧੀ ਨੀਵੀਂ ਹੁੰਦੀ ਹੈ, ਪਰ ਮਨੁੱਖ ਦੀ ਜਿਹੜੀ ਬੁੱਧੀ ਹੈ ਭਾਈ ਉਹ ਥੋੜੀ ਜਿਹੀ ਉੱਚੀ ਹੁੰਦੀ ਆ। ਤੇ ਬੁੱਧੀ ਨੂੰ ਸਾਈਂ ਵੱਲ ਲਾਇਆ ਇੱਕ ਹੋਰ ਬੁੱਧੀ ਜੀ ਉਪਜ ਹੁੰਦੀ ਹੈ। ਮਹਾਰਾਜ ਨੇ ਕਿਹਾ ਜਦੋਂ ਇਹ ਬੁੱਧੀ ਹੁੰਦੀ ਹੈ ਨਾ ਸਾਡੀ, ਜਦੋਂ ਇਹਨੂੰ ਰੱਬ ਨਾਲ ਜੋੜੀਦਾ ਤੇ ਉਹਦੇ ਵਿੱਚੋਂ ਇੱਕ ਵਿਵੇਕ ਬੁੱਧੀ ਪੈਦਾ ਹੁੰਦੀ ਹੈ, ਜਿਸ ਨੂੰ ਸਿੱਧ ਜਾਂ ਸੁੱਧ ਕਹੀਦਾ, ਜਿਹਨੂੰ ਸਿੱਧ ਕਹੀਦਾ, ਚੰਗੀ ਬੁੱਧੀ ਕਹੀਦਾ, ਸ੍ਰੇਸ਼ਟ ਬੁੱਧੀ ਕਹੀਦਾ। ਮਹਾਰਾਜ ਕਹਿੰਦੇ ਫਿਰ ਮਨੁੱਖ ਨੂੰ ਜੀਵਨ ਦਾ ਉੱਚਾ ਰਸ ਪੈ ਜਾਂਦਾ ਹੈ। ਪਰ ਜੇ ਮਨ ਪਸ਼ੂਆਂ ਵਾਲੀਆਂ ਸੋਚਾਂ ਤੇ ਵਿਹਾਰਾਂ ਵਾਲੀਆਂ ਅਨੇਕਾਂ ਬਿਰਤੀਆਂ ਦੇ ਵਿੱਚ ਭਟਕਦਾ ਫਿਰੇ, ਸਤਿਗੁਰਾਂ ਨੇ ਕਿਹਾ ਤੇ ਇਹਦਾ ਆਪਣਾ ਆਪ ਖਿੰਡਿਆ ਫਿਰਦਾ ਰਹਿੰਦਾ। ਪਰ ਜੇ ਮਨੁੱਖ ਹੋ ਕੇ ਵੀ ਮਹਾਰਾਜ ਕਹਿੰਦੇ ਪਸ਼ੂਆਂ ਵਾਲੇ ਕੰਮ ਕਰੇ, ਫੇਰ ਤੇ ਉਹ ਪਸ਼ੂ ਹੀ ਕਿਹਾ ਜਾ ਸਕਦਾ ਨਾ, ਫੇਰ ਤੇ ਉਹਦਾ ਮਨ ਖਿੰਡਿਆ ਹੀ ਰਹੇਗਾ। ਤੇ ਖੰਡਾਓ ਦੇ ਵਿੱਚ ਮਨ ਆਪਣੇ ਬਲ ਵਿੱਚ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਜਦੋਂ ਮਨ ਖਿੰਡਿਆ ਹੋਵੇ ਫਿਰ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬਲ ਨਹੀਂ ਰਹਿੰਦਾ। ਤੇ ਤੁਸਾਂ ਨੇ ਜੋ ਕਰਮ ਧਰਮ ਵਰਤ ਪੂਜਾ ਇਸ਼ਨਾਨ ਦਾਨ ਇਹ ਸਾਰਾ ਕੁਝ ਬਣਾਇਆ ਹੈ ਨਾ, ਇਹ ਸਾਰੇ ਸਰੀਰ ਦੇ ਕਰਮ ਹਨ। ਮਹਾਰਾਜ ਨੇ ਕਿਹਾ ਤੁਸੀਂ ਜੋ ਵੀ ਕਰਦੇ ਹੋ, ਕਰਮ ਧਰਮ ਕਰਦੇ ਹੋ, ਵਰਤ ਰੱਖਦੇ ਹੋ, ਪੂਜਾ ਕਰਦੇ, ਇਸ਼ਨਾਨ ਕਰਦੇ ਹੋ, ਦਾਨ ਦਿੰਦੇ ਹੋ, ਇਹ ਸਾਰੇ ਸਰੀਰ ਦੇ ਕਰਮ ਹਨ। ਤੁਸੀਂ ਇਹ ਕਰਮ ਮਾਤਰ ਕਰਦੇ ਹੋ, ਸਰੀਰ ਵਾਸਤੇ ਕਰਦੇ ਹੋ, ਪਰ ਮਨ ਦੀ ਮੈਲ ਤੇ ਖੰਡਾਓ ਤੁਸੀਂ ਦੂਰ ਨਹੀਂ ਕਰਦੇ। ਤੁਹਾਡਾ ਮਨ ਜਿਹੜਾ ਹੈ ਉਹ ਖੰਡਾਓ ਦੇ ਵਿੱਚ ਹੈ, ਉਹਨੂੰ ਦੂਰ ਨਹੀਂ ਕਰਦੇ। ਸਤਿਗੁਰੂ ਕਹਿੰਦੇ ਐਸੇ ਕਰਮ ਕਰਨ ਵਾਲਿਆਂ ਨੂੰ ਸਗੋਂ ਹਉਮੈ ਚ ਬੰਨ੍ਹਦੇ ਹਨ। ਇਹੋ ਜਿਹੇ ਕਰਮ ਜਿਹੜੇ ਸਿਰਫ ਸਰੀਰ ਵਾਸਤੇ ਕਰਨ, ਉਹ ਮਨੁੱਖ ਨੂੰ ਹਉਮੈ ਚ ਬੰਨ੍ਹ ਕੇ ਰੱਖ ਦਿੰਦੇ ਆ। ਤੇ ਹੁਣ ਸਤਿਗੁਰੂ ਕਹਿੰਦੇ ਭਾਈ ਗ੍ਰਹਿਣ ਲੱਗਾ ਹੈ ਤੇ ਇਹ ਕੁਦਰਤ ਦਾ ਇੱਕ ਵਰਤਾਰਾ ਹੈ। ਇੱਥੇ ਗ੍ਰਹਿਣ, ਇਹ ਤੇ ਸੂਰਜ ਕਿੱਥੇ, ਤੁਸੀਂ ਕਿਹੜਾ ਸੂਰਜ ਤੇ ਕਿਹੜਾ ਰਾਖਸ਼ ਨੂੰ ਰੋਕਣ ਵਾਲਾ। ਕਿਉਂਕਿ ਇੱਕ ਮਨੌਤ ਬਣੀ ਹੋਈ ਸੀ ਸਾਧ ਸੰਗਤ ਕਿ ਸੂਰਜ ਦੇ ਅੱਗੇ ਕੋਈ ਰਾਖਸ਼ ਆ ਜਾਂਦਾ ਹੈ ਤੇ ਉਹ ਜਿਹੜਾ ਰਾਖਸ਼ ਹੈ ਉਹ ਸੂਰਜ ਨੂੰ ਢੱਕ ਦਿੰਦਾ। ਇੱਕ ਮਨੌਤ ਬਣੀ ਸੀ। ਮਹਾਰਾਜ ਕਹਿੰਦੇ ਸੂਰਜ ਏਡਾ ਵੱਡਾ, ਉਹਦੇ ਅੱਗੇ ਕਿਹੜਾ ਰਾਖਸ਼ ਆ ਗਿਆ। ਇਹੋ ਜਿਹੀਆਂ ਗੱਲਾਂ ਮਹਾਰਾਜ ਕਹਿੰਦੇ ਤੁਸੀਂ ਕਰਦੇ ਹੋ।
वाहिगुरु। साध संगत जी थोड़ी लाइट बंद हो गई, इस करके प्रॉब्लम आई है। सो साध संगत सतगुरां ने क्या, गुरु नानक साहब सच्चे पातशाह ने महाराज कहते भाई ਇਹ ਤੁਸੀਂ ਗੱਲਾਂ ਕਰਦੇ ਹੋ ਕਿ ਇੱਕ ਰਾਖਸ਼ ਆ ਗਿਆ, ਕਿਹੋ ਜਿਹੀਆਂ ਮਨੌਤਾਂ ਤੁਸੀਂ ਬਣਾਈ ਫਿਰਦੇ ਹੋ। ਤੁਸੀਂ ਨਹਾ ਰਹੇ ਹੋ, ਦਾਨ ਕਰ ਰਹੇ ਹੋ, ਮਨ ਉਸੇ ਤਰ੍ਹਾਂ ਅੱਗ ਦੇ ਵਾਂਗ ਧੰਦੇ ਧੰਦਾਲਾਂ 'ਚ ਫਸਿਆ ਪਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਸੇ ਤਰ੍ਹਾਂ ਵਰਤ ਰਹੇ ਆ। ਤੇ ਸਤਿਗੁਰਾਂ ਨੇ ਕਿਹਾ ਉਸੇ ਤਰ੍ਹਾਂ ਸਾਰਾ ਕੁਝ ਵਰਤ ਰਿਹਾ ਹੈ। ਪਸ਼ੂ ਬਿਰਤੀ ਉਸੇ ਤਰ੍ਹਾਂ ਤੁਹਾਡੇ ਤੇ ਪ੍ਰਧਾਨ ਹੈ। ਤੁਹਾਡੀ ਪਸ਼ੂ ਬਿਰਤੀ ਜਿਹੜੀ ਉਹ ਨਾਸ਼ ਨਹੀਂ ਹੋਈ, ਉਸੇ ਤਰ੍ਹਾਂ ਤੁਹਾਡੇ ਤੇ ਪ੍ਰਧਾਨ ਹੈ। ਤੇ ਤੁਸੀਂ ਨਹਾਉਂਦੇ ਹੋ ਤੇ ਕੰਮ ਜਿਹੜਾ ਉਹ ਧੰਦਿਆਂ 'ਚ ਫਸਿਆ ਪਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੁਹਾਡੇ 'ਚ ਵਰਤ ਰਿਹਾ ਹੈ। ਪਸ਼ੂ ਬਿਰਤੀ ਤੁਹਾਡੇ 'ਚ ਪ੍ਰਧਾਨ ਹੈ। ਇਸ ਬਿਰਤੀ ਉੱਤੇ ਤੁਸੀਂ ਰੱਬੀ ਪਿਉਂਦ ਲਾਈ ਨਹੀਂ ਲਾਈ ਤੇ ਰੱਬ ਦੀ ਯਾਦ ਨਹੀਂ ਇਹਦੇ 'ਚ ਲਾਈ। ਤੁਹਾਡਾ ਮਾਸ ਖਾਣਾ ਕੋਈ ਪੁੰਨ ਨਹੀਂ ਹੈ। ਮਹਾਰਾਜ ਕਹਿੰਦੇ ਤੁਹਾਡਾ ਮਾਸ ਦਾ ਖਾਣਾ ਇਹ ਕੋਈ ਪੁੰਨ ਦੀ ਗੱਲ ਨਹੀਂ ਹੈ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਸ ਨਹੀਂ ਖਾਂਦੇ ਤੇ ਅਸੀਂ ਚੰਗੇ ਆ, ਗਿਆਨ ਵਿੱਚ ਤੁਸੀਂ ਨਹੀਂ ਜਾਗੇ। ਮਹਾਰਾਜ ਕਹਿੰਦੇ ਤੁਹਾਨੂੰ ਕੋਈ ਗਿਆਨ ਹੀ ਨਹੀਂ, ਗਿਆਨ ਦੇ ਵਿੱਚ ਤੁਸੀਂ ਜਾਗੇ ਨਹੀਂ ਹੋ, ਕਿਸੇ ਪ੍ਰਕਾਰ ਦਾ ਤੁਹਾਨੂੰ ਗਿਆਨ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ, ਸਤਿਗੁਰ ਕਹਿੰਦੇ ਭਾਈ ਤੁਹਾਡੇ 'ਚ ਕਿਸੇ ਪ੍ਰਕਾਰ ਦਾ ਕੋਈ ਗਿਆਨ ਨਹੀਂ ਹੈ। ਨਾ ਮਨੁੱਖ ਰੂਪ ਵਿੱਚ ਕੋਈ ਆਈ, ਨਾ ਦੇਵਤਾ ਰੂਪ ਦੇ ਵਿੱਚ। ਮਾਸ ਨਾ ਖਾਓ ਤੇ ਕੀ ਵਡਿਆਈ ਹੈ, ਖਾਓ ਤਾਂ ਕੀ ਵਾਧਾ। ਮਾਸ ਦਾ ਝਗੜਾ ਤੁਸਾਂ ਦੇ ਵਿੱਚ ਪ੍ਰਧਾਨ ਹੈ, ਪਰ ਪਰਾਇਆ ਧਨ, ਪਰਾਇਆ ਹੱਕ, ਪਰਾਈ ਇਸਤਰੀ ਇਹ ਤੁਹਾਨੂੰ ਮਾਸ ਖਾਣ ਤੋਂ ਭੈੜਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਪਰਾਇਆ ਧਨ ਖੋਹਦੇ ਹੋ, ਪਰਾਇਆ ਹੱਕ ਮਾਰਦੇ ਹੋ, ਪਰਾਈ ਇਸਤਰੀ ਦਾ ਸੰਗ ਕਰਦੇ ਹੋ, ਇਹ ਤਾਂ ਉਸ ਤੋਂ ਵੀ ਭੈੜਾ ਹੈ। ਆਪਣੇ ਸਰੀਰ ਦੇ ਨਾਲ ਪਿਆਰ ਕਰਨਾ ਕੀ ਇਹ ਮਾਸ ਦੇ ਨਾਲ ਪਿਆਰ ਕਰਨਾ ਨਹੀਂ ਹੈ। ਪਾਪਾਂ ਨਾਲ ਪਿਆਰ ਕਰਨਾ ਵੀ ਮਾਸ ਨਾਲ ਪਿਆਰ ਕਰਨਾ ਹੈ। ਇਹ ਮਾਸ ਤੁਸਾਂ ਨਹੀਂ ਤਿਆਗਿਆ, ਇਹ ਮਾਸ ਕਿਉਂ ਨਹੀਂ ਤੁਸੀਂ ਤਿਆਗਦੇ। ਬਾਕੀ ਰਹੀ ਗੱਲ ਇਨਸਾਨ ਦੀ ਕੁਦਰਤੀ ਮਾਸ ਨਾਲ ਲਗਾਓ ਦੀ ਗੱਲ। ਸੋ ਮਾਸ ਤੋਂ ਜੰਮਣਾ ਹੈ, ਮਾਸ ਤੇ ਮਨੁੱਖ ਜੰਮਦਾ ਹੈ ਤੇ ਫਿਰ ਮਾਸ ਤੋਂ ਹੀ ਦੁੱਧ ਪੀਂਦਾ ਹੈ। ਪਾਲਣਾ ਉਹਦੀ ਮਾਸ ਨਾਲ ਹੀ ਹੁੰਦੀ ਹੈ। ਤੇ ਸਾਰੇ ਮਾਸ ਦੇ ਵਿਹਾਰ ਹਨ, ਜਿੰਨੇ ਵੀ ਆਪਾਂ ਵਿਹਾਰ ਕਰਦੇ ਹਾਂ ਸਾਰੇ ਮਾਸ ਵਾਲੇ ਹੀ ਹੈ। ਫਿਰ ਤੁਹਾਡੇ ਸ਼ਾਸਤਰਾਂ ਨੂੰ ਮਾਣ ਹੈ ਕਿ ਉਹ ਮਾਸ ਮਨਾ ਕਰਦੇ ਆ, ਪਰ ਸ਼ਾਸਤਰ ਵੀ ਜੱਗ ਦੇ ਵਿੱਚ, ਹੋਮ ਦੇ ਵਿੱਚ, ਵਿਆਹ ਆਦਿ ਉਸਤਵਾਂ ਦੇ ਵਿੱਚ ਮਾਸ ਦਾ ਵਰਤਾਰਾ ਦੱਸਦੇ ਕਿ ਮਾਸ ਵਰਤਣਾ ਚਾਹੀਦਾ। ਇਹ ਤੁਹਾਡੇ ਸ਼ਾਸਤਰ ਮਹਾਰਾਜ ਕਹਿੰਦੇ ਆ ਤੇ ਸਾਰੇ ਛੱਡ ਕੇ ਮਾਸ ਵਰਤਾਉਂਦੇ ਆ। ਤੇ ਮਹਾਰਾਜ ਕਹਿੰਦੇ ਕਿਸ ਵਿਚਾਰ ਨਾਲ ਸਾਨੂੰ ਕੇਵਲ ਮਾਸ ਦਾ ਤਿਆਗ ਧਰਮ ਦੱਸਦੇ ਹੋ। ਇਹ ਤੁਹਾਡੀ ਕਿਹੜੀ ਵਿਚਾਰ ਹੋਈ, ਤੁਸੀਂ ਸਾਨੂੰ ਕਹਿੰਦੇ ਹੋ ਮਾਸ ਨਹੀਂ ਖਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਤੁਹਾਡਾ ਇਹ ਕੀ ਵਰਤਾਰਾ ਹੈ, ਤੁਸੀਂ ਫਿਰ ਸਾਨੂੰ ਮਾਸ ਕਿਉਂ ਕਹਿੰਦੇ ਹੋ ਕਿ ਮਾਸ ਨਾ ਖਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰੂ ਕਹਿੰਦੇ ਇਹ ਕੋਈ ਕੀ ਵਰਤਾਰਾ ਹੈ ਤੁਹਾਡੀ ਜ਼ਿੰਦਗੀ ਦਾ, ਤੁਸੀਂ ਆਪ ਖਾਂਦੇ ਹੋ ਤੇ ਦੂਸਰਿਆਂ ਨੂੰ ਕਹਿੰਦੇ ਹੋ ਕਿ ਤੁਸੀਂ ਮਾਸ ਨਹੀਂ ਖਾਣਾ। ਇਹ ਕੋਈ ਧਾਰਮਿਕ ਵਿਹਾਰ ਥੋੜੀ ਹੈ ਤੁਹਾਡਾ। ਫਿਰ ਮਹਾਰਾਜ ਕਹਿੰਦੇ ਪਰ ਦਿਨੇ ਰਾਤ ਦੇ ਵਿਹਾਰ ਰੂਪੀ ਮਾਸ ਦੇ ਨਾਲੋਂ ਮਾੜਾ ਨਹੀਂ ਦੱਸਦੇ। ਚਿੱਤ ਦੀ ਬਿਰਤੀ ਜਿਹੜੀ ਆ ਉਹ ਤੁਹਾਡੀ ਦੇਹ ਦੇ ਪਿਆਰ ਤੋਂ, ਮਾਸ ਹੈ, ਦੇਹ ਵੀ ਇੱਕ ਮਾਸ ਹੀ ਹੈ, ਉੱਚੀ ਨਹੀਂ ਉੱਡਦੀ, ਇਹਦੇ ਨਾਲ ਹੀ ਜੁੜੇ ਪਏ ਹੋ ਦੇਹ ਦੇ ਨਾਲ ਹੀ। ਦੇਹ ਦੇ ਪਿਆਰ ਕਰਕੇ ਬੰਦਾ ਸਾਰੇ ਪਾਪ ਕਰਦਾ ਹੈ ਤੇ ਫਿਰ ਮਾਸ ਦਾ ਪਿਆਰ ਤੇ ਮਾਸ ਤੋਂ ਉਪਜੇ ਪਾਪ ਤੁਹਾਡੇ ਨਾਲ ਹੀ ਹਨ। ਵੇਖੋ ਸਹੀ ਆਪਣੇ ਮਨ 'ਚ ਧਿਆਨ ਮਾਰ ਕੇ। ਫਿਰ ਸਤਿਗੁਰੂ ਕਹਿੰਦੇ ਮਾਸ ਖਾਣ ਤੇ ਨਾ ਖਾਣ ਦੇ ਝਗੜੇ ਤੇ ਇਸ ਪਰ ਬਹਿਸਾਂ ਕਰਨੀਆਂ, ਸਿਰ ਪਾੜਨ ਤੱਕ ਤੇ ਜੰਗ ਰਚਾ ਲੈਣੇ, ਸਿਵਾ ਭੁੱਲ ਤੋਂ ਹੋਰ ਕੀ ਹੈ। ਮਰ ਕਹਿੰਦੇ ਸਿਵਾਏ ਭੁੱਲ ਤੋਂ ਹੋਰ ਕੀ ਹੈ ਕਿ ਨਾਲੇ ਤੁਸੀਂ ਮਾਸ ਕਰਕੇ ਲੜਦੇ ਹੋ, ਇੱਕ ਦੂਜੇ ਦਾ ਸਿਰ ਪਾੜਦੇ ਹੋ, ਝਗੜੇ ਕਰਦੇ ਹੋ, ਇਹ ਭੁੱਲ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਫਿਰ ਸਤਿਗੁਰਾਂ ਨੇ ਕਿਹਾ ਕਿ ਫਿਰ ਤੁਹਾਡੇ ਜਿਹੜੇ ਪੁਰੋਹਿਤ ਹੁੰਦੇ ਆ, ਪੰਡਤ ਹੁੰਦੇ ਆ, ਰਾਜੇ ਹੁੰਦੇ ਆ ਤੇ ਪਾਤਸ਼ਾਹ, ਖੱਤਰੀ, ਸੂਰਮੇ ਸਭ ਮਾਸ ਖਾਂਦੇ ਆ, ਉਹਨਾਂ ਦਾ ਤੁਸੀਂ ਦਾਨ ਲੈਂਦੇ ਹੋ ਪੰਡਤੋਂ, ਉਹਨਾਂ ਦੇ ਕੋਲੋਂ ਦਾਨ ਲੈਂਦੇ ਹੋ। ਤੁਸੀਂ ਦਾਨ ਲੈਣ ਵਾਲੇ ਸੁਰਗਾਂ ਨੂੰ ਜਾਓ ਤੇ ਮਾਸ ਨਾ ਖਾਣ ਕਰਕੇ ਉਹ ਦਾਨ ਦੇਣ ਵਾਲੇ ਨਰਕਾਂ ਨੂੰ ਜਾਣ। ਮਾਸ ਖਾਣ ਕਰਕੇ ਇਹ ਕਿਹੋ ਜਿਹੀ ਗੱਲ ਹੋਈ ਕਿ ਤੁਸੀਂ ਜਿਨ੍ਹਾਂ ਕੋਲੋਂ ਪੈਸੇ ਲੈਂਦੇ ਹੋ, ਦਾਨ ਲੈਂਦੇ ਹੋ, ਉਹਦੇ ਮਾਸ ਖਾਂਦੇ ਆ ਤੇ ਤੁਸੀਂ ਜਿਹੜੇ ਮਾਸ ਖਾਂਦੇ ਉਹਨਾਂ ਦੇ ਕੋਲੋਂ ਦਾਨ ਲੈਣ ਵਾਲੇ ਸਵਰਗਾਂ ਨੂੰ ਜਾਓ ਤੇ ਜਿਹੜੇ ਮਾਸ ਖਾ ਕੇ ਤੁਹਾਨੂੰ ਦਾਨ ਦਿੰਦੇ ਉਹ ਨਰਕਾਂ ਨੂੰ ਜਾਣ। ਇਹ ਕਿਹੋ ਜਿਹੀ ਗੱਲ ਹੋਈ। ਫਿਰ ਉੱਥੇ ਇੱਕ ਪੰਡਤ ਸੀ, ਨਾਨੂ ਪੰਡਤ, ਜਿਹਦੀ ਗੱਲ ਹੁਣੇ ਆਈ ਹੈ, ਜਿਹਨੂੰ ਮਹਾਰਾਜ ਨੇ ਕਿਹਾ ਸੀ, ਉਹ ਅੱਗੇ ਕਹਿੰਦਾ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ, ਇਹ ਸਤਿਗੁਰਾਂ ਨੇ ਰਾਗ ਮਲਾਰ ਦੇ ਵਿੱਚ ਸਾਧ ਸੰਗਤ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ, ਪਹਿਲੋ ਮਾਸੋ ਨਿੰਮਿਆ ਮਾਸੇ ਅੰਦਰ ਵਾਸ,
ਗੁਰੂ ਨਾਨਕ ਸਾਹਿਬ ਜੀ ਦਾ। ਇਹ ਸਾਰਾ ਭਾਵ ਉਹਦੇ ਵਿੱਚ ਦਰਜ ਹੈ, ਆਪ ਉਹ ਸ਼ਲੋਕ ਪੜ੍ਹ ਸਕਦੇ। ਤੇ ਸਾਧ ਸੰਗਤ ਨਾਨੂ ਪੰਡਤ ਜਿਹੜਾ ਸੀ ਉਹਨੇ ਬੜੇ ਜ਼ੋਰ ਦੇ ਨਾਲ ਵਾਕ ਉਚਾਰੇ ਤੇ ਵਾਕ ਉਚਾਰੇ ਸਨ ਤੇ ਕਹਿੰਦਾ ਕਿ ਮਹਾਰਾਜ ਆਪ ਜੀ ਨੇ ਬੜੇ ਜ਼ੋਰ ਦੇ ਨਾਲ ਵਾਕ ਉਚਾਰਿਆ, ਸਾਡੀ ਸਮਝ ਦੇ ਹਨੇਰੇ ਨੂੰ ਚਾਨਣਾ ਪਾਇਆ ਹੈ। ਗੱਲਾਂ ਤੁਹਾਡੀਆਂ ਕਰਨੀਆਂ ਵੀ ਹਨ, ਚੁਭਵੀਆਂ ਵੀ ਹਨ, ਪਰ ਸੱਚੀਆਂ ਹਨ। ਮਹਾਰਾਜ ਤੁਹਾਡੀਆਂ ਗੱਲਾਂ ਵਾਕਈ ਮਹਾਰਾਜ ਸੱਚੀਆਂ ਲੱਗੀਆਂ। ਕਿਰਪਾ ਕਰਕੇ ਇਹ ਦੱਸੋ ਕਿ ਮਾਸ ਖਾਣਾ ਤੁਹਾਡੇ ਵਿੱਚ ਮੱਤ ਵਿੱਚ ਚੰਗਾ ਹੈ ਕਿ ਮਾੜਾ ਹੈ? ਤੁਸੀਂ ਜਿਹੜਾ ਮੱਤ ਫੈਲਾ ਰਹੇ ਹੋ ਸਿੱਖ ਮੱਤ, ਕਿ ਉਹਦੇ ਵਿੱਚ ਮਾਸ ਖਾਣਾ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਤੇ ਗੁਰੂ ਸਾਹਿਬ ਜੀ ਕਹਿੰਦੇ ਮਨੁੱਖਾ ਦੇਹ ਜਿਹੜੀ ਹੈ ਨਾ ਨਾਨੂ ਪੰਡਤ, ਇਹ ਇੱਕ ਤਰ੍ਹਾਂ ਦੀ ਪਸ਼ੂ ਦੇਹ ਹੈ ਤੇ ਮਾਸ ਦੀ ਹੈ। ਤੈਨੂੰ ਪਤਾ ਹੈ ਜਿਹੜੀ ਸਰੀਰ ਸਾਡਾ ਇਹ ਸਾਰਾ ਮਾਸ ਦਾ ਹੈ? ਕਹਿੰਦਾ ਹਾਂਜੀ ਮਹਾਰਾਜ, ਸਾਰਾ ਮਾਸ ਦਾ ਬਣਿਆ ਹੈ। ਸਤਿਗੁਰੂ ਕਹਿੰਦੇ ਇਹਦੇ ਵਿੱਚ ਜੋ ਮਤ ਤੇ ਮਨ ਦੇ ਅੰਤ ਦੇ ਵਿੱਚ ਬੁੱਧੀ ਦੀ ਅਵਸਥਾ ਪਾ ਲਈ ਹੈ, ਇਹ ਪਸ਼ੂ ਤੋਂ ਉੱਚੀ ਗੱਲ ਪ੍ਰਾਪਤ ਹੋਈ ਹੈ। ਮਹਾਰਾਜ ਕਹਿੰਦੇ ਪਰ ਇਸ ਮਾਸ ਦੇ ਵਿੱਚ, ਉਹਨਾਂ ਪਸ਼ੂਆਂ ਦੇ ਮਾਸ ਦੇ ਵਿੱਚ ਤੇ ਸਾਡੇ ਮਾਸ ਦੇ ਵਿੱਚ ਫਰਕ ਇੰਨਾ ਕੁ ਹੈ ਕਿ ਸਾਨੂੰ ਰੱਬ ਨੇ ਬੁੱਧੀ ਦਿੱਤੀ ਹੈ ਤੇ ਪਸ਼ੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਬੁੱਧੀ ਨਹੀਂ ਦਿੱਤੀ। ਇਹ ਉੱਚੀ ਗੱਲ ਹੈ ਸਾਡੇ ਕੋਲ। ਮਨੁੱਖ ਇਸ ਕਰਕੇ ਅਕਲ, ਸੋਚ ਤੇ ਵਿਚਾਰ ਵਾਲਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਮਨੁੱਖ ਦੇ ਕੋਲ ਅਕਲ ਵੀ ਹੈ, ਵਿਚਾਰ ਵੀ ਹੈ, ਸਮਝ ਸੋਚ ਵੀ ਹੈ। ਹੁਣ ਇਸ ਨੂੰ ਚਾਹੀਏ ਕਿ ਬੁੱਧ ਤੋਂ ਹੋਰ ਉੱਚਾ ਉੱਠੇ ਤੇ ਸ਼ੁੱਧ ਵਿੱਚ ਆਵੇ। ਇਸ ਕਰਕੇ ਇਹਨੂੰ ਚਾਹੀਦਾ ਹੈ ਕਿ ਆਪਣੀ ਬੁੱਧੀ ਤੋਂ ਹੋਰ ਉੱਚਾ ਉੱਠੇ ਤੇ ਰੱਬ ਨੂੰ ਯਾਦ ਕਰੇ ਤੇ ਇੱਕ ਨਿਰਮਲ ਬੁੱਧ ਜਿਹੜੀ ਇਹਦੇ ਅੰਦਰ ਪ੍ਰਗਟ ਹੋਵੇ, ਵਿਵੇਕ ਬੁੱਧੀ ਪ੍ਰਗਟ ਹੋਵੇ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸ਼ੁੱਧ ਬੁੱਧੀ ਜਿਹੜੀ ਹੈ ਨਾ, ਜਿਸ ਨਾਲ ਮਨੋ ਅਨੁਭਵ ਖੁੱਲਦਾ ਹੈ, ਜਿਸ ਨਾਲ ਅਨੁਭਵ ਪ੍ਰਾਪਤ ਹੁੰਦਾ ਹੈ, ਅਕਲ ਤੇ ਬੁੱਧ ਤੋਂ ਉਚੇਚੀ ਸੁੱਤੇ ਸਿੱਧ ਹੀ ਦੀ ਸੋਝੀ ਹੋ ਆਉਂਦੀ ਹੈ। ਸੁੱਤੇ ਸਿੱਧ ਜਿਹੜੀ ਸੋਝੀ ਆਉਂਦੀ ਹੈ, ਆਪਾਂ ਇਸ ਜਗਤ ਦੇ ਮੂਲ ਦੇ ਨਾਲ ਹਰ ਵੇਲੇ ਇੱਕ ਸੁਰ ਹੋਇਆ ਰਹਿੰਦਾ ਹੈ। ਹਰ ਵੇਲੇ ਮਨੁੱਖ ਜਿਹੜਾ ਹਰ ਵੇਲੇ ਇੱਕ ਸੁਰ ਹੋਇਆ ਰਹਿੰਦਾ ਇਸ ਰੱਬ ਦੇ ਨਾਲ। ਜਿਸ ਤੋਂ ਇਹ ਕੋਈ ਉੱਚਾ ਰਸ ਮਾਣਦਾ, ਉਸ ਰੱਬ ਤੋਂ ਇਹ ਉੱਚਾ ਰਸ ਮਾਣਦਾ। ਜਦੋਂ ਮਨੁੱਖ ਦੀ ਬੁੱਧੀ ਉੱਚੀ ਹੋ ਜਾਂਦੀ ਹੈ, ਜਦੋਂ ਮਨੁੱਖ ਵਾਹਿਗੁਰੂ ਨੂੰ ਯਾਦ ਕਰਦਾ ਹੈ, ਉਹਦੇ ਵਿੱਚ ਆਪਣੀ ਲਿਵ ਜੋੜਦਾ ਹੈ, ਫਿਰ ਸਤਿਗੁਰ ਕਹਿੰਦੇ ਉੱਚਾ ਹੋ ਜਾਂਦਾ ਹੈ ਮਨੁੱਖ, ਰਸ ਮਾਣਦਾ ਹੈ। ਸੋ ਰਸ ਕੇ ਪਸ਼ੂ ਬਿਰਤੀ ਦੇ ਰਸ ਨਾਲੋਂ ਵੀ ਤੇ ਮਨੁੱਖ ਬਿਰਤੀ ਦੇ ਮਨ ਅਰ ਦਿਮਾਗ ਦੇ ਰਸ ਨਾਲੋਂ ਵੀ ਉੱਚਾ ਹੁੰਦਾ ਹੈ। ਸਤਿਗੁਰ ਕਹਿੰਦੇ ਉਹ ਜਿਹੜਾ ਰਸ ਹੈ ਨਾ, ਜਿਹੜਾ ਵਾਹਿਗੁਰੂ ਚ ਜੁੜ ਕੇ ਰਸ ਆਉਂਦਾ ਹੈ, ਉਹ ਮਨੁੱਖ ਦੀ ਬਿਰਤੀ ਨਾਲੋਂ ਵੀ ਚੰਗਾ ਹੁੰਦਾ ਹੈ, ਪਸ਼ੂ ਦੀ ਬਿਰਤੀ ਨਾਲੋਂ ਵੀ ਉੱਚਾ ਹੁੰਦਾ ਰਸ, ਜਿਹੜਾ ਵਾਹਿਗੁਰੂ ਦਾ ਰਸ ਹੁੰਦਾ ਹੈ। ਤੇ ਫਿਰ ਸਤਿਗੁਰ ਕਹਿੰਦੇ ਆ ਇਹ ਜਿਹੜਾ ਰਸ ਹੈ ਨਾ, ਉਹ ਆਪੇ ਦੇ ਵਿੱਚ ਆਉਂਦਾ ਹੈ, ਆਪਣੇ ਆਪ ਦੇ ਵਿੱਚ ਟਿਕ ਕੇ ਆਉਂਦਾ ਹੈ। ਇਸ ਨੂੰ ਗਿਆਨ ਕਹੋ, ਧਿਆਨ ਕਹੋ, ਪਰਦਾਰਕ ਦ੍ਰਿਸ਼ਟੀ ਕਹੋ, ਸਾਖੀ ਪਦ ਵਿੱਚ ਸਥਿਤ ਕਹੋ, ਵਾਹਿਗੁਰੂ ਜੀ ਨਾਲ ਮੇਲ ਕਹੋ, ਜੋ ਜੀ ਆਵੇ ਕਹਿ ਲਓ, ਇਸ ਨਾਲ ਹੁੰਦੀ ਹੈ ਦ੍ਰਿਸ਼ਟਾ ਪਦ ਵਿੱਚ ਅਸਥਿਤੀ। ਇਹ ਪੰਡਤ ਕਰਤੱਵ ਇਹ ਹੈ। ਮਹਾਰਾਜ ਕਹਿੰਦੇ ਅਸਲੀ ਕਰਤੱਵ ਇਹ ਹੈ, ਭਾਵੇਂ ਇਹਨੂੰ ਵਾਹਿਗੁਰੂ ਦੇ ਨਾਲ ਜੁੜਿਆ ਕਹਿ ਲਓ, ਭਾਵੇਂ ਇਹਨੂੰ ਗਿਆਨ ਕਹਿ ਲਓ, ਭਾਵੇਂ ਇਹਨੂੰ ਦ੍ਰਿਸ਼ਟੀ ਕਹਿ ਲਓ, ਭਾਵੇਂ ਜੋ ਮਰਜ਼ੀ ਕਹਿ ਲਓ। ਸਤਿਗੁਰ ਕਹਿੰਦੇ ਜਦੋਂ ਇਹ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ ਮਨੁੱਖ ਨੂੰ, ਤੇ ਸਤਿਗੁਰ ਕਹਿੰਦੇ ਫਿਰ ਸਾਰੇ ਰਸ ਖਤਮ ਹੋ ਜਾਂਦੇ ਆ, ਫਿਰ ਉਸ ਵਾਹਿਗੁਰੂ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਇਹ ਪੰਡਤ ਜੀ, ਇਹ ਅਸਲੀ ਕਰਤੱਵ ਹੈ, ਇਹ ਅਸਲੀ ਕੰਮ ਹੈ ਸਿੱਖ ਦਾ ਸਾਡੇ ਮੱਤ ਦੇ ਵਿੱਚ, ਕਿ ਸਾਰਿਆਂ ਰਸਾਂ ਕਸਾਂ ਤੋਂ ਉੱਚੀ ਉੱਠ ਜਾਣਾ, ਕਿਸੇ ਰਸ ਕਸ ਦੀ ਲੋੜ ਨਾ ਰਹਿਣੀ। ਮਹਾਰਾਜ ਕਹਿੰਦੇ ਇਹ ਸਾਡੇ ਧਰਮ ਦਾ, ਇਹ ਸਾਡੇ ਪੰਥ ਦਾ ਰਸਤਾ ਹੈ। ਫਿਰ ਪੰਡਤ ਕਹਿੰਦਾ ਫਿਰ ਮਨੁੱਖ ਰੱਬ ਹੋ ਜਾਂਦਾ ਹੈ। ਗੁਰੂ ਜੀ ਕਹਿੰਦੇ ਤੁਹਾਡੇ ਭੁਲੇਵੇਂ ਹਨ, ਇਹ ਤੁਹਾਡੇ ਭੁਲੇਖੇ ਆ, ਜੋ ਤੁਸੀਂ ਕਰਨੀ ਨਹੀਂ ਕਰਦੇ ਤੇ ਗੱਲਾਂ ਨਾਲ ਛਾਲਾਂ ਮਾਰਦੇ ਹੋ। ਤੁਸੀਂ ਕੋਈ ਪ੍ਰੈਕਟੀਕਲ ਕਰਦੇ ਨਹੀਂ, ਗੱਲਾਂ ਦੇ ਨਾਲ ਤੁਸੀਂ ਛਾਲਾਂ ਮਾਰਦੇ ਹੋ। ਮਨੁੱਖ ਪਸ਼ੂ ਹੈ, ਇਸ ਦੀ ਦੇਹ ਜਾਨਵਰਾਂ ਵਰਗੀ ਹੈ, ਇਹਦਾ ਜੰਮਣਾ, ਪਲਣਾ, ਖਾਣਾ ਪੀਣਾ ਸਭ ਪਸ਼ੂਆਂ ਵਾਂਗੂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਇਹ ਪਸ਼ੂਆਂ ਦੇ ਵਾਂਗੂ ਰਹਿੰਦਾ ਮਨੁੱਖ। ਦੇਹ ਹੁੰਦਿਆਂ ਇਹ ਖੇਡ ਜਾਰੀ ਰਹਿੰਦੀ ਹੈ, ਜਿੰਨਾ ਚਿਰ ਦੇਹ ਹੈ ਮਨੁੱਖ ਕੋਲ, ਇਸੇ ਪ੍ਰਕਾਰ ਹੈ, ਜੰਮਦਾ ਹੈ, ਮਰਦਾ ਹੈ, ਖਾਂਦਾ ਪੀਂਦਾ, ਇਸੇ ਤਰ੍ਹਾਂ ਚੱਲਦਾ ਰਹਿੰਦਾ। ਇਹਨਾਂ ਤੋਂ ਜੀਵ ਸਦ ਵੈਰਾਗ ਧਾਰਦਾ ਹੈ ਤੇ ਖਾਣਾ ਪੀਣਾ ਤੇ ਹੋਰ ਸਰੀਰਕ ਲੋੜਾਂ ਨੂੰ ਬ੍ਰਤਾਂ, ਹੱਠਾਂ, ਤੱਪਾਂ ਨਾਲ ਫਤਿਹ ਕਰਨ ਤੇ ਕਰਦਾ ਹੈ ਤਾਂ ਪੁੱਠਾ ਹੋ ਕੇ ਡਿੱਗਦਾ ਹੈ। ਸਤਿਗੁਰ ਕਹਿੰਦੇ ਇਸੇ ਪ੍ਰਕਾਰ ਜਦੋਂ ਮਨੁੱਖ ਖਾਣਾ ਪੀਣਾ ਛੱਡ ਦਿੰਦਾ, ਸਰੀਰਕ ਲੋੜਾਂ ਛੱਡ ਦਿੰਦਾ ਹੈ, ਫਿਰ ਤਪ ਕਰਦਾ ਹੈ, ਫਿਰ ਹੱਠ ਕਰਦਾ ਹੈ, ਵਰਤ ਰੱਖਦਾ ਹੈ, ਫਿਰ ਪੁੱਠਾ ਹੋ ਕੇ ਡਿੱਗਦਾ ਹੈ। ਤੇ ਸਤਿਗੁਰ ਕਹਿੰਦੇ ਇਹ ਸਰੀਰਕ ਲੋੜਾਂ ਹਨ, ਇਹਨਾਂ ਨੂੰ ਮਾਰਨਾ ਸੰਜਮ ਵਿੱਚ ਕਰਨਾ ਹੈ। ਮਹਾਰਾਜ ਕਹਿੰਦੇ ਸਰੀਰ ਦੀਆਂ ਲੋੜਾਂ ਹਨ, ਖਾਣਾ ਪੀਣਾ ਸਰੀਰ ਦੀ ਲੋੜ ਹੈ, ਪਰ ਜੇ ਮਨੁੱਖ ਇਹਨਾਂ ਨੂੰ ਛੱਡ ਦੇਵੇ, ਹੱਠ ਜਪ ਤਪ ਕਰਨ ਲੱਗ ਪਵੇ, ਫਿਰ ਮਹਾਰਾਜ ਕਹਿੰਦੇ ਕੋਈ ਫਾਇਦਾ ਨਹੀਂ। ਅਸਲ 'ਚ ਖਾਣਾ ਪੀਣਾ ਜ਼ਰੂਰੀ ਹੈ ਜੀਵਨ ਦੇ ਨਿਰਮਾਣ ਨੂੰ ਚਲਾਉਣ ਵਾਸਤੇ।
ਤੇ ਮਾਰ ਕਹਿੰਦੇ ਪਰ ਇਹਨੇ ਤੇ ਸੰਜਮ ਰੱਖਣਾ ਜ਼ਰੂਰੀ ਹੈ। ਕੀ ਖਾਣਾ ਕਿੰਨਾ ਖਾਣਾ ਇਹ ਸੰਜਮ ਜੀਵਨ ਚ ਆਉਣਾ ਚਾਹੀਦਾ। ਖਾਣ ਪੀਣ ਦੇ ਝਗੜਿਆਂ ਵਿੱਚ ਪੈ ਕੇ ਹੋਰ ਕਿਹੜੇ ਸੁਰਤ ਨਹੀਂ ਸੇੜਨੇ। ਮਾਰੇ ਕਹਿੰਦੇ ਖਾਣ ਪੀਣ ਦੇ ਝਗੜਿਆਂ ਦੇ ਵਿੱਚ ਪੈ ਕੇ ਸੁਰਤ ਦਾ ਖਿੰਡਾਏ ਹੁੰਦਾ, ਸੁਰਤ ਹੀ ਗਲਤ ਪਾਸੇ ਲੱਗਦੀ ਹੈ। ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਨਾ ਪਾਓ, ਇੱਕ ਨਿਯਮ ਬਣਾ ਲਓ, ਉਹਦੀ ਵਰਤੋਂ ਦੇ ਨਾਲ ਖਾਣ ਪੀਣ ਦੇ ਝਗੜੇ ਦੂਰ ਹੋ ਜਾਣਗੇ। ਸਤਿਗੁਰ ਕਹਿੰਦੇ ਇੱਕ ਨਿਯਮ ਬਣਾ ਲਓ ਜਿਹਦੇ ਨਾਲ ਤੁਹਾਡੇ ਖਾਣ ਪੀਣ ਦੇ ਝਗੜੇ ਦੂਰ ਹੋ ਜਾਣਗੇ। ਸਤਿਗੁਰਾਂ ਨੇ ਉਪਦੇਸ਼ ਦਿੱਤਾ, ਕੀ ਹੈ ਉਪਦੇਸ਼? ਉਹ ਸਤਿਗੁਰਾਂ ਨੇ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਜਿਸ ਸ਼ੈ ਦੇ ਖਾਣ ਨਾਲ ਸਰੀਰ ਵਿੱਚ ਰੋਗ ਆਵੇ ਤੇ ਮਨ ਦੇ ਵਿੱਚ ਵਿਕਾਰ ਉਤਪਤ ਹੋਣ, ਉਹਦੇ ਖਾਣ ਨੂੰ ਖੁਆਰੀ ਸਮਝੇ। ਇਹ ਮਨੁੱਖ ਜਾਣ ਲਵੇ ਕਿ ਜਿਸ ਪਦਾਰਥ ਨੂੰ ਖਾਣ ਲੱਗਾ ਹੈ, ਜੇ ਉਹਦੇ ਨਾਲ ਸਰੀਰ 'ਚ ਰੋਗ ਪੈਦਾ ਹੁੰਦਾ ਹੈ ਤੇ ਮਨ ਵਿਕਾਰਾਂ ਵੱਲ ਜਾਂਦਾ, ਉਸ ਚੀਜ਼ ਨੂੰ ਨਾ ਖਾਵੇ, ਉਸ ਪਦਾਰਥ ਨੂੰ ਨਾ ਖਾਵੇ। ਇਸ ਪਸ਼ੂ ਸਰੀਰ ਦੀਆਂ ਲੋੜਾਂ ਅਕਲ ਤੇ ਸੰਜਮ ਦੇ ਨਾਲ ਪੂਰੀਆਂ ਕਰਦਿਆਂ ਤੇ ਇਹਨਾਂ ਦੇ ਵਿੱਚ ਖੁਆਰ ਨਾ ਹੁੰਦਿਆਂ ਮਨੁੱਖ ਦਾ ਅਰੋਗ ਰਹਿੰਦਾ ਹੈ। ਮਨੁੱਖ ਅਰੋਗ ਰਹਿੰਦਾ ਹੈ। ਫਿਰ ਦੂਜੇ ਯਤਨ ਕਰੇ ਤੇ ਅੰਤਰੀਵ ਤਰੱਕੀ ਰਹਿੰਦਾ ਹੈ। ਫਿਰ ਬੁੱਧੀ ਮੰਡਲ ਵਿੱਚੋਂ ਸਿੱਧੀ ਮੰਡਲ ਵੱਲ ਤੁਰ ਪੈਂਦਾ ਹੈ। ਸਾਈਂ ਦਾ ਪਿਆਰ ਇਸ ਵਿੱਚ ਕੋਈ ਨਵੀਂ ਰੂਹ ਫੂਕ ਦਿੰਦਾ ਹੈ ਤੇ ਮਨੁੱਖ ਮਾਨੋ ਦੇਵਤਾ ਰੂਪ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਫਿਰ ਮਨੁੱਖ ਦੀ ਬਿਰਤੀ ਛੁੱਟ ਜਾਂਦੀ ਹੈ ਵਿਕਾਰਾਂ ਵੱਲੋਂ, ਪਾਪਾਂ ਵੱਲੋਂ। ਤੇ ਜਦੋਂ ਉਧਰੋਂ ਛੁੱਟਦੀ ਹੈ, ਮਾਸ ਵੱਲੋਂ ਛੁੱਟਦੀ ਹੈ, ਖਾਣ ਪੀਣ ਵੱਲੋਂ ਛੁੱਟਦੀ ਹੈ, ਜਦੋਂ ਮਨੁੱਖ ਸੰਜਮ ਚ ਵਰਤਦਾ ਹੈ, ਫਿਰ ਇਹਦੀ ਬੁੱਧੀ ਜਿਹੜੀ ਹੈ, ਦਿਮਾਗ ਜਿਹੜਾ ਉੱਚੇ ਮੰਡਲਾਂ ਚ ਉੱਡਦਾ ਹੈ। ਫਿਰ ਸਤਿਗੁਰੂ ਕਹਿੰਦੇ ਉੱਥੇ ਸਾਈਂ ਦੇ ਨਾਲ ਪਿਆਰ ਪੈ ਜਾਂਦਾ ਹੈ। ਜਦੋਂ ਵਾਹਿਗੁਰੂ ਦੇ ਨਾਲ ਪਿਆਰ ਪੈਂਦਾ, ਫਿਰ ਮਨੁੱਖ ਦੇਵਤਾ ਬਣ ਜਾਂਦਾ, ਪੰਡਤ ਜੀ ਦੇਵਤਾ। ਫਿਰ ਸਤਿਗੁਰੂ ਕਹਿੰਦੇ ਸਾਡਾ ਸੁਭਾਅ ਜੋ ਜਾਨਦਾਰ ਨਾਲ ਸਾਂਝਾ ਹੈ। ਇੱਕ ਮਾਨੋ ਖੱਟੇ ਦਾ ਬੂਟਾ ਹੈ, ਪਰ ਜੋ ਬੁੱਧੀ ਤੇ ਸਿੱਧੀ ਦੀ ਤਰੱਕੀ ਹੁੰਦੀ ਹੈ, ਉਹ ਦੇਵਤਾ ਸੁਭਾਅ ਦੀ ਪਿਉਂਦ ਲੱਗਦੀ ਹੈ। ਜਿਵੇਂ ਖੱਟੇ ਉੱਤੇ ਸੰਤਰੇ ਦੀ ਪਿਉਂਦ ਕਰੀਦੀ ਹੈ, ਇਸ ਤਰ੍ਹਾਂ ਜੋ ਖੱਟੇ ਦਾ ਮੂਲ ਪੇੜ ਹੈ, ਉਹ ਕੱਟੀ ਦਾ ਨਹੀਂ, ਉਹ ਹੋਠੋਂ ਰਸ ਲਿਆਉਂਦਾ ਹੈ ਤੇ ਪਿਉਂਦ ਨੂੰ ਦਿੰਦਾ ਹੈ। ਪਿਉਂਦ ਉਸ ਰਸ ਨੂੰ ਅੱਗੇ ਲਿਜਾ ਕੇ ਸੰਤਰੇ ਦਾ ਫਲ ਪੈਦਾ ਕਰਦੀ ਹੈ। ਮਹਾਰਾਜ ਨੇ ਕਿਹਾ, ਸਤਿਗੁਰੂ ਕਹਿੰਦੇ ਕੋਈ ਭਾਈ ਨਿੰਬੂ ਦਾ ਰੁੱਖ ਹੋਵੇ, ਉਸ ਨਿੰਬੂ ਦੇ ਰੁੱਖ ਨੂੰ ਪਿਉਂਦ ਦੇ ਦਿੱਤੀ ਜਾਵੇ। ਪਿਉਂਦ ਆਪ ਜੀ ਸਮਝਦੇ ਹੋ, ਜਿਵੇਂ ਆਪਾਂ ਟਾਹਣੀ ਕੱਟ ਕੇ ਤੇ ਕੋਈ ਦੂਸਰੇ ਰੁੱਖ ਦੀ ਟਾਹਣੀ ਲਾ ਦਈਏ ਤੇ ਉਹਦੇ ਨਾਲ ਉਹ ਪਿਉਂਦ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਦੂਸਰਾ ਫਲ ਪੈਦਾ ਹੋ ਜਾਂਦਾ। ਮਨੁੱਖ ਇੱਕ ਰੁੱਖ ਤੋਂ ਕਈ ਰੁੱਖਾਂ ਦਾ ਜਿਹੜੀ ਪਿਉਂਦ ਲਾ ਕੇ ਇੱਕ ਰੁੱਖ ਤੋਂ ਹੀ ਕਈ ਤਰ੍ਹਾਂ ਦੇ ਫਲ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕੋਈ ਨਿੰਬੂ ਦਾ ਰੁੱਖ ਹੋਵੇ ਤੇ ਉਹਦੀ ਜਗ੍ਹਾ ਦੇ ਉੱਤੇ ਇੱਕ ਟਾਹਣੀ ਕੱਟ ਕੇ ਸੰਤਰੇ ਦੇ ਰੁੱਖ ਦੀ ਲਾ ਦਿੱਤੀ ਜਾਵੇ, ਤੇ ਸਤਿਗੁਰੂ ਕਹਿੰਦੇ ਥੱਲਿਓਂ ਤੇ ਖੱਟਾ ਹੀ ਆਉਂਦਾ ਹੈ, ਪਰ ਜਦੋਂ ਸੰਤਰੇ ਦੀ ਟਾਹਣੀ ਚ ਆਉਂਦਾ ਤੇ ਉੱਥੇ ਸੰਤਰੇ ਦਾ ਫਲ ਲੱਗਦਾ ਜਿਹੜਾ ਮਿੱਠਾ ਹੁੰਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਆ, ਹੁਣ ਟਾਹਣੀ ਤੇ ਜਿਹੜੀ ਹੈ ਉਹ ਤੇ ਹੁਣ ਸੰਤਰੇ ਦੀ ਹੈ, ਪਰ ਥੱਲਿਓਂ ਜੜ ਜਿਹੜੀ ਉਹ ਖੱਟੇ ਦੀ ਹੈ। ਇਸੇ ਪ੍ਰਕਾਰ ਅਸੀਂ ਹੈਗੇ ਤੇ ਜਾਨਵਰ ਹੀ ਹਾਂ। ਸਾਡਾ ਜੀਵਨ ਜਾਨਵਰਾਂ ਵਰਗਾ ਹੀ ਹੈ, ਉਹਨਾਂ ਵਰਗਾ ਹੀ ਹੈ। ਖਾਣਾ ਪੀਣਾ, ਸੌਣਾ, ਹੱਸਣਾ, ਸਾਰਾ ਕੁਝ ਆਪਾਂ ਜਾਨਵਰਾਂ ਵਾਂਗੂ ਕਰਦੇ ਆ। ਪਰ ਮਹਾਰਾਜ ਕਹਿੰਦੇ ਪਰ ਸਾਨੂੰ ਇੱਕ ਵਿਵੇਕ ਬੁੱਧੀ ਜਦੋਂ ਮਿਲ ਜਾਂਦੀ ਹੈ, ਫਿਰ ਅਸੀਂ ਜੜ ਤੋਂ ਭਾਵੇਂ ਜਾਨਵਰ ਹੋਈਏ, ਪਰ ਆਪਾਂ ਸੰਤਰੇ ਦੇ ਵਾਂਗੂ ਆਪਣੇ ਦਿਮਾਗ ਦੇ ਪੱਖ ਤੋਂ ਜਿਹੜੇ ਆ ਉਹ ਰੱਬ ਵਰਗੇ ਹੋ ਜਾਂਦੇ ਆ। ਜਦੋਂ ਪਿਉਂਦ ਲੱਗ ਜਾਂਦੀ ਹੈ, ਜਦੋਂ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਅਸੀਂ ਜਿਹੜੇ ਆ ਨਾ ਸੰਤਰੇ ਦੇ ਫਲ ਦੇ ਵਾਂਗੂ ਸੋਹਣੇ ਸੱਜਦੇ ਆ, ਉਹਦੇ ਵਿੱਚ ਮਿੱਠਾ ਭਰ ਦਿੰਦੇ ਆ। ਤੇ ਮਹਾਰਾਜ ਕਹਿੰਦੇ ਹਾਂ ਜੇ ਖੱਟੇ ਦੀ ਕੋਈ ਟਾਹਣੀ ਫੁੱਟੇ ਤਾਂ ਉਹ ਕੱਟਦੇ ਰਹੀਦਾ ਹੈ। ਇਸ ਕਰਕੇ ਜੇ ਜੀਵਨ 'ਚ ਕੋਈ ਵਿਕਾਰ ਆਵੇ, ਉਹਨੂੰ ਕੱਟ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਮਨੁੱਖ ਆਪਣੇ ਅੰਦਰਲੇ ਨੂੰ ਦੇਵ ਬਣਾ ਸਕਦਾ ਹੈ। ਪੰਡਤ ਜੀ ਆਪਣੇ ਅੰਦਰਲੇ ਨੂੰ ਦੇਵਤਾ ਬਣਾ ਸਕਦਾ ਮਨੁੱਖ, ਸਿੱਧੀ ਦੇ ਮੰਡਲੇ ਵਿੱਚ ਲਿਜਾ ਸਕਦਾ ਮਨੁੱਖ, ਆਪਣੇ ਆਪ ਦੀ ਲਿਵ ਨੂੰ ਜਿਹੜਾ ਉੱਚਾ ਕਰ ਸਕਦਾ ਹੈ। ਇਹ ਸਭ ਕੁਛ ਭੁਲਾ ਕੇ ਤੁਸੀਂ ਨਿਰੇ ਤਪ, ਵਰਤ ਆਦਿ ਕਠਿਨਾਈਆਂ, ਦਿਲਗੀਰੀ ਵਾਲੀਆਂ ਉਦਾਸੀਆਂ ਤੇ ਸਰੀਰ ਦੀ ਪਾਲਣਾ ਕਰਨ ਵਾਲੀਆਂ ਸ਼ੈਆਂ ਦਾ ਤਿਆਗ ਕਰਕੇ ਮਾਨੋ ਖੱਟੇ ਦੇ ਬੂਟੇ ਨੂੰ ਕੱਟਣ ਦਾ ਯਤਨ ਕਰਦੇ ਹੋ। ਮਹਾਰਾਜ ਕਹਿੰਦੇ ਤੁਸੀਂ ਆ ਜਿਹੜੀ ਕਠਿਨਾਈਆਂ ਕਰਦੇ ਹੋ, ਤੁਸੀਂ ਤਪ ਕਰਦੇ ਹੋ, ਇਹਦੇ ਨਾਲ ਵਿਕਾਰ ਬਚ ਜਾਵਾਂਗੇ, ਕਿੰਨਾ ਕੁਝ ਦੱਸਦੇ ਹੋ। ਮਹਾਰਾਜ ਕਹਿੰਦੇ ਇਹ ਸਾਰੀਆਂ ਸ਼ੈਆਂ ਜਿਹੜੀਆਂ ਹੈ ਇਹ ਖੱਟੇ ਦੇ ਬੂਟੇ ਨੂੰ ਕੱਟਣ ਦਾ ਯਤਨ ਕਰਦੇ ਹੋ। ਸਤਿਗੁਰੂ ਕਹਿੰਦੇ ਇਹਦੇ ਨਾਲ ਤੁਹਾਡਾ ਭਲਾ ਨਹੀਂ ਹੋਣਾ, ਪਰ ਮਨ ਉੱਥੇ ਦਾ ਉੱਥੇ ਰਹਿੰਦਾ ਹੈ, ਉਦਾਸੀ ਵਿੱਚ, ਗਿਣਤੀਆਂ ਵਿੱਚ, ਕਰਮਕਾਂਡਾਂ ਦੇ ਵਿੱਚ ਜ਼ੋਰ ਲਾਉਂਦੇ ਆ। ਸਰੀਰ ਦੇ ਪਸ਼ੂ ਸੁਭਾਅ ਵਿੱਚ ਮਾਨੋ ਖੱਟੇ ਦਾ ਖੱਟਾ ਰਹਿੰਦਾ ਹੈ। ਇਹ ਅਵਸਥਾ ਪੰਡਤ ਜੀ ਨਿਤਾਣੀ ਅਵਸਥਾ ਹੈ। ਪੰਡਤ ਜੀ ਇਹ ਕੋਈ ਅਵਸਥਾ ਉੱਚੀ ਅਵਸਥਾ ਨਹੀਂ, ਇਹ ਨਿਤਾਣੀ ਅਵਸਥਾ, ਇਹਦੇ ਵਿੱਚ ਕੁਛ ਪ੍ਰਾਪਤ ਨਹੀਂ ਹੋਣਾ। ਜੋ ਤੁਸੀਂ ਤਪ ਕਰਦੇ ਹੋ, ਪੁੱਠੇ ਲਟਕਦੇ ਹੋ, ਮਹਾਰਾਜ ਕਹਿੰਦੇ ਕੋਈ ਕੰਮ ਨਹੀਂ ਆਉਂਦਾ। ਫਿਰ ਪੰਡਤ ਜਿਹੜਾ ਸੀ ਨਾਨੂ ਉਹ ਸੋਚੀ ਪੈ ਗਿਆ।
ਨਾਨੂ ਪੰਡਤ ਸੋਚੀ ਪੈ ਗਿਆ। ਅਚਾਨਕ ਬਿਰਤੀ ਸੱਚ ਦੇ ਘਰ 'ਚ ਆ ਗਈ ਤੇ ਨਿੰਮੀ ਜੀ ਆਵਾਜ਼ 'ਚ ਬੋਲਿਆ ਨਾਨੂ ਪੰਡਤ, ਕਹਿੰਦਾ ਗੰਮੀ ਗੱਲਾਂ ਕਰਨ ਵਾਲਿਆ ਦਾਤਿਆ, ਧੰਨ ਗੁਰੂ ਨਾਨਕ ਸਾਹਿਬ, ਠੀਕ ਹੈ ਮੈਂ ਵੇਦ ਸ਼ਾਸਤਰ ਪੜ੍ਹੇ ਤੇ ਦਿਗਵਿਜੇ ਵੀ ਕੀਤੀ। ਦਿਗਵਿਜੇ ਮੈਂ ਬੜਿਆਂ ਪੰਡਤਾਂ ਨੂੰ ਜਿੱਤਿਆ। ਮੈਂ ਸਕੰਦ ਤੇ ਭਵਿੱਖਤ ਪੁਰਾਣ ਵਿੱਚ ਪੜ੍ਹ ਕੇ ਅਨੁਮਾਨ ਲਾਏ ਕਿ ਨਾਨਕ ਨਾਮੇ ਅਵਤਾਰ ਦੇ ਹੋਣ ਦਾ ਸਮਾਂ ਹੈ ਤੇ ਮੈਂ ਆਪਣੇ ਨਾਨੂ ਨਾਮ ਨੂੰ ਨਾਨਕ ਨਾਮ ਬਣਾ ਕੇ ਮਹਿਮਾ ਪਾਈ ਹੈ। ਕਿਉਂਕਿ ਸਾਧ ਸੰਗਤ ਸਕੰਦ ਪੁਰਾਣ ਹੈ ਇੱਕ ਤੇ ਇੱਕ ਭਵਿੱਖਤ ਪੁਰਾਣ ਹੈ। ਉਹਦੇ ਵਿੱਚ ਲਿਖਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਾਨਕ ਨਾਮ ਦਾ ਇੱਕ ਜਿਹੜਾ ਉਹ ਗੁਰੂ ਹੋਵੇਗਾ ਜਿਹੜਾ ਸੰਗਤ ਨੂੰ ਤਾਰੇਗਾ। ਉਹਦੇ ਵਿੱਚ ਲਿਖਿਆ ਹੋਇਆ ਸੀ, ਉਹਦੇ ਵਿੱਚੋਂ ਪੜ੍ਹਿਆ ਸੀ ਇਸ ਨਾਨੂ ਪੰਡਤ ਨੇ। ਹੁਣ ਇਹਦਾ ਨਾਮ ਵੀ ਨਾਨੂ ਸੀ ਨੰਨੇ ਦੇ, ਇਸ ਕਰਕੇ ਇਹਨੇ ਆਪਣਾ ਨਾਮ ਨਾਨਕ ਰੱਖ ਲਿਆ ਸੀ ਕਿ ਮੈਂ ਹੀ ਨਾਨਕ ਆ। ਤੇ ਹੁਣ ਜਦੋਂ ਸਾਧ ਸੰਗਤ ਇਹ ਕਹਿੰਦਾ ਕਿ ਮੈਂ ਆਪਣੇ ਨਾਮ ਦੇ ਨਾਲ ਨਾਨਕ ਲਾ ਕੇ ਬੜੀ ਮਹਿਮਾ ਲੋਕਾਂ ਕੋਲ ਪਾਈ, ਲੋਕ ਮੈਨੂੰ ਹੀ ਨਾਨਕ ਸਮਝਣ ਲੱਗ ਪਏ। ਪਰ ਅੱਜ ਪਤਾ ਲੱਗ ਗਿਆ ਕਿ ਨਾਨਕ ਤੂੰ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਮੈਨੂੰ ਅੱਜ ਪਤਾ ਲੱਗਾ ਕਿ ਅਸਲੀ ਨਾਨਕ ਤੁਸੀਂ ਹੋ। ਮੈਂ ਹੁਣ ਤੋਂ ਮੁੜ ਕੇ ਨਾਨੂ ਕਹਾਵਾਂਗਾ, ਮੈਂ ਆਪਣੇ ਆਪ ਨੂੰ ਨਾਨੂ ਹੀ ਕਹਾਵਾਂਗਾ। ਤੂੰ ਮੇਰਾ ਕਰਕੇ ਇਹ ਦਾਨ ਕਰਕੇ ਜੀਕੂ ਮੇਰੀ ਲਿਵ ਲੱਗੇ, ਕਿ ਮੇਰੇ ਤੇ ਰਹਿਮਤ ਕਰਕੇ ਮੇਰੀ ਵੀ ਲਿਗ ਜਿਹੜੀ ਲਿਵ ਹੈ ਉਹ ਵਾਹਿਗੁਰੂ ਨਾਲ ਲੱਗ ਜਾਵੇ। ਇਹ ਤਿਆਗ ਕਿਵੇਂ ਦੂਰ ਹੋਵਣ ਜੋ ਕਰੀਦੇ ਹਨ ਪਰ ਹੁੰਦੇ ਨਹੀਂ। ਮਹਾਰਾਜ ਕਿਵੇਂ ਤਿਆਗੀ ਇਹ ਵਿਕਾਰ, ਫਿਰ ਬਨਾਂ ਦੇ ਵਿੱਚ ਜਾ ਕੇ ਫੋਕੇ ਤਪਾਂ ਦੇ ਵਿੱਚ ਦੇਹੀ ਘਾਲ ਘਾਲ ਮੈਂ ਲੋਕੀ ਡਿੱਠੇ ਹਨ ਜੋ ਮੁੜ ਪਸ਼ੂ ਬਿਰਤੀ ਵਿੱਚ ਆ ਜਾਂਦੇ ਹਨ। ਮਹਾਰਾਜ ਕਹਿੰਦਾ ਨਾਨੂ ਪੰਡਤ ਕਹਿੰਦਾ ਮਹਾਰਾਜ ਬੜੇ ਲੋਕ ਵੇਖੇ ਜਿਹੜੇ ਕਈ ਤਪ ਕਰਦੇ ਆ, ਬੜਾ ਕੁਝ ਕਰਦੇ ਆ, ਪਰ ਫਿਰ ਵਾਪਸ ਪਸ਼ੂ ਬਿਰਤੀ ਉਹਨਾਂ ਤੇ ਹਾਵੀ ਹੋ ਜਾਂਦੀ ਹੈ, ਫਿਰ ਪਸ਼ੂਆਂ ਵਾਲੇ ਕੰਮ ਕਰਨ ਲੱਗ ਪੈਂਦੇ ਆ। ਵਿਦਾਤ ਵੇਤਾ ਬ੍ਰਹਮ ਕੂਕਦੇ ਆ, ਸਾਰੇ ਬ੍ਰਹਮ ਦ੍ਰਿਸ਼ਟੀ ਆਖਦੇ ਆ, ਪਸ਼ੂ ਬਿਰਤੀ ਦੇ ਵੇਗਾ ਤੋਂ ਨਹੀਂ ਛੁੱਟਦੇ। ਨਿਰੇ ਬੈਸਾਂ ਵਿੱਚ ਵਿਦਿਆ ਦੀਆਂ ਚੰਚਲਤਾਈਆਂ ਵਿੱਚ ਤੇ ਕਥਨੀਆਂ ਦੇ ਵਿੱਚ ਵਸਦੇ ਹਨ। ਜਿਵੇਂ ਤੁਸੀਂ ਕਿਹਾ ਹੈ ਖੱਟੇ ਉੱਤੇ ਸੰਤਰੇ ਦੀ ਪਿਉਂਦ ਨਹੀਂ ਲੱਗਦੀ ਹੈ ਤਾਂ ਦੁਰਦੀ ਨਹੀਂ। ਸਤਿਗੁਰ ਕਹਿੰਦੇ ਭਾਈ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਇਹ ਤਾਂ ਬਸ ਗੱਲਾਂ ਹੀ ਕਰਦੇ, ਅਸੀਂ ਵਿਦਵਾਨ ਇਕੱਠੇ ਹੋ ਕਰਕੇ ਜਿਹੜਾ ਹੈ ਚੰਗੀ ਤਰ੍ਹਾਂ ਮਹਾਰਾਜ ਪੜ੍ਹ ਲਿਖ ਕੇ ਇੱਕ ਦੂਜੇ ਨਾਲ ਬਹਿਸਾਂ ਹੀ ਕਰਦੇ ਰਹਿੰਦੇ ਆ। ਮਹਾਰਾਜ ਉਸੇ ਪ੍ਰਕਾਰ ਵਿਕਾਰਾਂ ਦੇ ਵਿੱਚ ਹੀ ਫਸੇ ਰਹਿੰਦੇ ਆ। ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਕਿਵੇਂ ਤਿਆਗ ਦਾ ਕੋਈ ਰਸਤਾ ਦੱਸੋ, ਕਿਵੇਂ ਮਨ ਟਿਕ ਜਾਵੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਮਹਾਰਾਜ ਕਹਿੰਦੇ ਮਨ ਆਖਦੇ ਹਨ ਜਾਣਨ ਨੂੰ, ਮਨ ਉਹ ਇੰਦਰਾ ਹੈ ਜੋ ਜਾਣਨ ਵਾਲਾ ਹੈ। ਮਹਾਰਾਜ ਕਹਿੰਦੇ ਮਨ ਜਿਹੜਾ ਹੈ ਉਹ ਜਾਣਨ ਵਾਲਾ ਹੈ, ਉਹ ਜਾਣਦਾ ਹੈ, ਚੀਜ਼ਾਂ ਨੂੰ ਸਮਝਦਾ ਹੈ। ਮਨ ਸੋਚ ਜਾਂ ਵਿਚਾਰ ਮੰਡਲ ਵਿੱਚ ਵਸਦਾ ਹੈ ਪਰ ਅਨੇਕ ਚਿੰਤਨ ਵਿੱਚ ਰਹਿੰਦਾ ਹੈ। ਭਾਵੇਂ ਅਨੇਕਾਂ ਚੀਜ਼ਾਂ ਦਾ ਚਿੰਤਨ ਕਰਦਾ ਰਹਿੰਦਾ, ਯਾਦ ਕਰਦਾ ਰਹਿੰਦਾ। ਜਿਸ ਸ਼ਹਿਰ ਨੂੰ ਤੁਸੀਂ ਸ਼ਾਸਤਰ ਪੜ੍ਹੇ ਲੋਕ ਬਿਰਤੀ ਕਹਿੰਦੇ ਹੋ, ਗਿਆਨ ਉਸ ਤੇ ਸਵਾਰ ਹੋ ਜਾਏ। ਮਹਾਰਾਜ ਕਹਿੰਦੇ ਗਿਆਨ ਉੱਤੇ ਸਵਾਰ ਹੋ ਜਾਏ ਤਾਂ ਇਹ ਸਾਈਂ ਦੇ ਦੇਸ਼ ਵੱਲ ਰੁਖ ਪਏ। ਉਸ ਦੇਸ਼ ਦੇ ਰੰਗ ਰਸ ਦੇ ਪਰਛਾਵੇਂ ਆਪਣੇ ਵਿੱਚ ਲਵੇ ਤਾਂ ਸਫਲ ਗਿਆਨ ਦਾ ਫਲ ਲੱਗੇ। ਮਹਾਰਾਜ ਕਹਿੰਦੇ ਅਸਲੀ ਗਿਆਨ ਦਾ ਫਲ ਜਿਹਦੇ ਸ਼ਾਸਤਰ ਪੜ੍ਹਦੇ ਹੋ, ਵਿਚਾਰਦੇ ਹੋ, ਇਹਨਾਂ ਨਾਲ ਲੜਨ ਦੀ ਜਗ੍ਹਾ ਦੇ ਉੱਤੇ ਜੇ ਉਹਨਾਂ ਨੂੰ ਵਿਚਾਰ ਕੇ ਆਪਣੇ ਮਨ ਤੇ ਧਾਰਨ ਕਰੋ ਕਿ ਸਤਿਗੁਰ ਕਹਿੰਦੇ ਫਿਰ ਤੁਸੀਂ ਸਫਲ ਹੋ ਸਕਦੇ ਹੋ। ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ ਮਨ ਜਦ ਤੱਕ ਕਿ ਮਨ ਅਨੇਕ ਚਿੰਤਨ ਵਿੱਚ ਰਹਿੰਦਾ, ਅਨੇਕਾਂ ਚਿੰਤਨ ਕਰਦਾ ਰਹਿੰਦਾ, ਕਈ ਪ੍ਰਕਾਰ ਦੇ ਚਿੰਤਨ ਇੱਕ ਚਿੰਤਨ ਵਿੱਚ ਨਾ ਆਵੇ। ਜਿੰਨਾ ਚਿਰ ਇੱਕ ਨੂੰ ਚਿੰਤਨ ਨਹੀਂ ਕਰਦਾ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਉਹਨਾਂ ਚਿਰ ਨਾਨੂ ਪੰਡਤ ਗੱਲ ਨਹੀਂ ਬਣਨੀ। ਹਰ ਪ੍ਰਾਣੀ ਦਾ ਮਨ ਦਿਨ ਰਾਤ ਸੁੱਤੇ ਜਾਗਦੇ ਸੁੱਤੇ ਕੰਮ ਕੇ ਵੇਲ ਹਰ ਹਾਲ ਦੇ ਵਿੱਚ ਸੋਚਾਂ ਵਿੱਚ ਹੈ। ਹਰ ਵੇਲੇ ਮਨੁੱਖ ਸੋਚਦਾ ਰਹਿੰਦਾ ਹੈ, ਅਰਥਾਤ ਵਿਹਲੇ ਤੇ ਨਿਕੰਮੇ ਚਿੰਤਨ ਵਿੱਚ ਹਰ ਵੇਲੇ ਮਨੁੱਖ ਆਪਾਂ ਸੋਚਦੇ ਰਹਿੰਦੇ ਹਾਂ, ਕਿਤੇ ਕੋਈ ਗੱਲ ਕਿਤੇ ਕੋਈ ਗੱਲ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਚਿੰਤਨ ਮਨ 'ਚ ਚੱਲਦਾ ਰਹਿੰਦਾ ਹੈ। ਇਹ ਅਨੇਕ ਚਿੰਤਨ ਮਨ ਦਾ ਖਿੰਡਾਓ ਹਨ। ਇਹ ਅਨੇਕਾਂ ਚਿੰਤਨ ਜਿਹੜੇ ਚੱਲਦੇ ਆ ਮਨ 'ਚ, ਇਹ ਮਨ ਦਾ ਖਿੰਡਾਓ ਸੁਭਾਅ ਬਣਾ ਦਿੰਦੇ ਆ। ਤੇ ਮਨ ਦਾ ਖਿੰਡਾਓ ਕਮਜ਼ੋਰੀ ਹੈ, ਤੇ ਜਦੋਂ ਮਨ ਖਿੰਡ ਜਾਂਦਾ ਹੈ ਨਾਨੂ ਪੰਡਤ ਫਿਰ ਮਨ ਕਮਜ਼ੋਰ ਹੋ ਜਾਂਦਾ ਹੈ। ਤੇ ਜੁੜਨਾ ਇਕਾਗਰ ਹੋਣਾ ਇਹ ਸੱਤਿਆ ਹੈ ਮਨ ਦੀ। ਜਦੋਂ ਮਨ ਜੁੜਦਾ ਹੈ ਉਦੋਂ ਤਾਕਤਵਰ ਹੋ ਜਾਂਦਾ ਹੈ। ਇਹ ਮਨ ਦੀ ਸੱਤਿਆ ਹੈ, ਇਹ ਮਨ ਦਾ ਟਿਕਾਣਾ ਹੈ। ਜੋ ਮਨ ਜੁੜਦਾ ਹੈ ਉਹ ਸੱਤਿਆਵਾਨ ਹੈ, ਜੋ ਸੱਤਿਆਵਾਨ ਹੁੰਦਾ ਹੈ ਉਹ ਤਾਂ ਨੂੰ ਉੱਠਦਾ ਹੈ। ਮਹਾਰਾਜ ਕਹਿੰਦੇ ਜਿਹਦਾ ਮਨ ਜੁੜਦਾ ਹੈ ਉਹ ਅਸਲੀ ਮਨੁੱਖ ਹੈ, ਉਹ ਸੱਤਿਆਵਾਨ ਹੈ, ਸੱਚ ਨੂੰ ਜਾਣਨ ਵਾਲਾ ਹੈ। ਜਿਹੜਾ ਸੱਚ ਨੂੰ ਜਾਣਨ ਵਾਲਾ ਉਹ ਉੱਤੇ ਨੂੰ ਉੱਠਦਾ ਹੈ। ਜੁੜਨ ਵਾਲਾ ਮਨ ਨਿਰਮਲ ਵੀ ਹੋਣਾ ਚਾਹੀਦਾ। ਜਿਹੜਾ ਮਨ ਨਿਰਮਲ ਹੈ ਉਹੀ ਜੁੜਦਾ ਹੈ, ਤੇ ਜੋ ਨਿਰਮਲ ਹੈ ਤੇ ਜੋ ਉੱਚਾ ਉੱਠਦਾ ਹੈ ਉਹ ਮਨ ਤੋਂ ਨਿਰਮਲ ਬੁੱਧੀ ਵਿੱਚ ਤੇ ਨਿਰਮਲ ਬੁੱਧੀ ਜੋ ਸੁੱਧ ਵਿੱਚ ਅੱਪੜਦਾ ਹੈ। ਮਹਾਰਾਜ ਨੇ ਕਿਹਾ ਜਿਹੜਾ ਮਨ ਹੈ ਨਾ ਇਹ ਜਦੋਂ ਨਿਰਮਲ ਹੋਏਗਾ ਫਿਰ ਸ਼ੁੱਧ ਹੋਵੇਗਾ, ਤੇ ਜਦੋਂ ਸ਼ੁੱਧ
ਹੋਵੇਗਾ ਫਿਰ ਮਾਰੇ ਕਹਿੰਦੇ ਉਚੜੀਆਂ ਮੰਡਲਾਂ ਦੇ ਵਿੱਚ ਪਹੁੰਚੇਗਾ। ਉਸ ਨਿਰਮਲ ਬੁੱਧ ਜਿਹੜੀ ਹੈ ਉਹ ਸੁੱਧ ਬੁੱਧੀ ਵਿੱਚ ਬੇਬੁੱਧੀ ਭਰ ਜਾਏਗੀ। ਫਿਰ ਮਾਰ ਕਹਿੰਦੇ ਸੁੱਧ ਵਾਲੇ ਨੂੰ ਸਗਲ ਭਵਨ ਕੀ ਸੁੱਧ ਹੋ ਜਾਂਦੀ ਹੈ। ਮੰਨਿਆ ਸਗਲ ਭਵਨ ਕੀ ਸੁੱਧ ਮਾਰ ਕਹਿੰਦੇ ਵੀਰ ਨੂੰ ਸਾਰੀਆਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਤੇ ਮਾਰ ਕਹਿੰਦੇ ਸਾਖੀ ਪਦ ਵਿੱਚ ਦ੍ਰਿਸ਼ਟਾ ਦਸ਼ਾ ਵਿੱਚ ਹਾਲਤ ਫੈਲੀਅਤ ਵਿੱਚ ਅਨੁਭਵ ਕਰਦਾ ਹੈ ਆਪੇ ਨੂੰ। ਹਰ ਜਗ੍ਹਾ ਉਹ ਆਪਣੇ ਆਪ ਨੂੰ ਹੀ ਧਿਆਨ ਰੱਖਦਾ ਹੈ ਕਿ ਮੈਂ ਕੀ ਹਾਂ, ਸਰੀਰ ਤੋਂ ਮਨ ਤੋਂ ਵੱਖਰਾ ਤੇ ਸਾਈਂ ਦੇ ਵਿੱਚ ਲਿਵ ਲੱਗਾ ਤਾਰੀ ਮੇਲ ਵਿੱਚ। ਹਰ ਵੇਲੇ ਉਹ ਪਰਮੇਸ਼ਰ ਦੇ ਨਾਲ ਲਿਵ ਜੋੜੀ ਰੱਖਦਾ ਹੈ, ਜਿਹੜਾ ਬੁੱਧੀ ਕਰਕੇ ਉੱਚਾ ਉੱਠ ਜਾਂਦਾ ਹੈ, ਜਿਹੜਾ ਪਸ਼ੂ ਬਿਰਤੀ ਤੋਂ ਉੱਚਾ ਉੱਠ ਜਾਂਦਾ ਹੈ। ਫਿਰ ਉਹ ਕਿਸੇ ਆਨੰਦ ਵਿੱਚ ਜਾਂ ਖੇੜੇ ਵਿੱਚ ਰਹਿੰਦਾ। ਹਾਂ ਪੰਡਤ ਜੀ, ਜਗਤ ਦਾ ਮੇਲ ਜਿਸ ਦਾ ਇਹ ਸਾਰਾ ਖੇਲ ਹੈ, ਸਾਈਂ ਮਾਲਕ ਸੱਤਿਆ ਹੈ ਜੋ ਸੋ ਅੱਖਾਂ ਦਾ ਵਿਸ਼ਾ ਨਹੀਂ। ਇਹ ਜਿਹੜਾ ਵਾਹਿਗੁਰੂ ਦਾ ਮੇਲ ਹੈ ਇਹ ਕੋਈ ਅੱਖਾਂ ਦਾ ਵਿਸ਼ਾ ਨਹੀਂ, ਪਰ ਸਾਡੇ ਆਖੇ ਦੇ ਸੁੱਧ ਮੰਤਰ ਦੇ ਦ੍ਰਿਸ਼ਟਾ ਪਾਸੇ ਅਨੁਭਵ ਨਾਲ ਪ੍ਰੀਤ ਹੁੰਦਾ। ਹਰ ਕਦੇ ਅਨੁਭਵ ਦਾ ਵਿਸ਼ਾ ਹੈ। ਇਹ ਵਾਹਿਗੁਰੂ ਅਨੁਭਵ ਦੇ ਨਾਲ ਪ੍ਰੀਤ ਹੁੰਦਾ ਹੈ ਜਦੋਂ ਮਨੁੱਖ ਦੀ ਸੁਰਤ ਉੱਚੀ ਹੋ ਜਾਂਦੀ ਹੈ। ਸੋ ਇਸ ਸਰੀਰ ਦਾ ਤਿਆਗ, ਇਸ ਦੀਆਂ ਕੁਦਰਤੀ ਤੇ ਵੇਦ ਭੁੱਖਾਂ ਦਾ ਤਿਆਗ ਇਸ ਦਾ ਮਾਰਗ ਨਹੀਂ। ਇਸ ਕਰਕੇ ਪੰਡਤ ਜੀ, ਜੋ ਤੁਸੀਂ ਤਿਆਗਦੇ ਹੋ, ਸਰੀਰ ਨੂੰ ਕਸ਼ਟ ਦਿੰਦੇ ਹੋ, ਇਹਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਮਾਰੇ ਕਹਿੰਦੇ ਨਹੀਂ ਹੋਣੀ। ਨਾ ਹੀ ਫੋਕੇ ਜਪ ਤਪ ਤਿਆਗ ਸੰਨਿਆਸ ਆਦ ਦਿਲਗੀਰੀ ਦੇ ਦਿਲ ਢਾਉਣ ਵਾਲੇ ਕਰਮ ਮਾਰੇ ਕਹਿੰਦੇ ਇਹਦੇ ਵਿੱਚ ਪੈ ਕੇ ਇਸ ਨਾਲ ਰੁਸਨਾ ਮਾਰਗ ਹੈ। ਰਸਤਾ ਇਹ ਹੈ ਕਿ ਇਹ ਸਰੀਰ ਦੀਆਂ ਭੁੱਖਾਂ ਲੋੜਾਂ ਜੋ ਹਨ ਉਹਨਾਂ ਲਈ ਸਾਈਂ ਨੇ ਸਾਨੂੰ ਅਕਲ ਦਿੱਤੀ ਹੈ। ਇਹਨਾਂ ਲੋੜਾਂ ਨੂੰ ਅਕਲ ਨਾਲ ਤੋਲ ਕੇ ਸੰਜਮ ਨਾਲ ਪੂਰੀ ਕਰੀਏ। ਮਾਰ ਕਹਿੰਦੇ ਆਪਣੀ ਅਕਲ ਨੂੰ ਵਰਤ ਕੇ ਛਕੀਏ ਛਕਾਈਏ, ਭੁੱਖ ਲੱਗੀ ਹੈ ਕੁਛ ਛਕ ਲਈਏ, ਲੋੜਾਂ ਦੀ ਪੂਰਤੀ ਕਰੀਏ। ਭਾਵ ਫਿਰ ਮਹਾਰਾਜ ਨੇ ਕਿਹਾ ਪਸ਼ੂ ਦੀ ਮੱਤ ਵਾਂਗੂ ਨਹੀਂ, ਜੋ ਬੇਵਸਾ ਆਪਣੀ ਚੰਗੀ ਲੱਗੀ ਵੱਲ ਉੱਠ ਦੌੜਦਾ। ਮਹਾਰਾਜ ਦੇ ਪਸ਼ੂਆਂ ਵਾਂਗੂ ਨਹੀਂ, ਖਾਈ ਗਏ ਤੇ ਬਸ ਖਾਈ ਗਏ, ਜਿਹੜੀ ਚੀਜ਼ ਚੰਗੀ ਲੱਗੀ ਉਹ ਲੈ ਲਈ। ਪਰ ਕਹਿੰਦੇ ਬਸ ਲੋੜ ਅਨੁਸਾਰ ਜੀਵਨ ਦਾ ਨਿਰਵਾਹ ਤੋਰੇ, ਪਰ ਬੁੱਧੀ ਨਾਲ ਇਹਨਾਂ ਭੁੱਖਾਂ ਨੂੰ ਬੇਹੱਥ ਸਤਿਗੁਰੂ ਕਹਿੰਦੇ ਆ ਇਹਨਾਂ ਭੁੱਖਾਂ ਨੂੰ ਬੇਹੱਥ ਤਰੀਕੇ ਨਾਲ ਪੂਰਾ ਕਰੀਏ, ਭੁੱਖਾਂ ਨੂੰ ਖਤਮ ਕਰੀਏ ਆਪਣੇ ਅੰਦਰੋਂ। ਬੁੱਧੀ ਨੂੰ ਪੁੱਛੋ ਆਪਣੀ ਨੂੰ ਕਿ ਸੱਚਮੁੱਚ ਚੰਗਾ ਕੀ ਹੈ। ਇਸ ਕਰਕੇ ਜੇ ਬੁੱਧੀ ਨਿਰਮਲ ਹੋ ਗਈ ਤੇ ਉਹ ਆਪੇ ਦੱਸੇਗੀ ਕਿ ਤੁਹਾਡੇ ਵਾਸਤੇ ਚੰਗਾ ਕੀ ਹੈ। ਇਸ ਕਰਕੇ ਪੰਡਤ ਜੀ ਉਹ ਜੋ ਚੰਗਾ ਹੋਵੇਗਾ ਉਹਨੂੰ ਕਰਨਾ ਕਰੋ। ਫਿਰ ਮਾਰਨ ਨੇ ਕਿਹਾ ਨਾਮ ਜਪੋ, ਫਿਰ ਨਾਮ ਜਪਣਾ ਸ਼ੁਰੂ ਕਰੋ। ਨਾਮ ਸਿਮਰਨ ਦੇ ਨਾਲ ਇਹ ਸਰੀਰ ਵਿੱਚ ਵਸ ਰਹੀ ਬੁੱਧੀ ਲਿਵ ਮੰਡਲ ਵਿੱਚ ਜਾਂਦੀ ਹੈ। ਨਾਮ ਦੇ ਨਾਲ, ਨਾਮ ਦੇ ਸਿਮਰਨ ਕਰਨ ਦੇ ਨਾਲ ਇਹ ਜਿਹੜੀ ਬੁੱਧੀ ਹੈ ਸਰੀਰ ਦੇ ਵਿੱਚ ਪੰਡਤ ਜੀ ਵਸਦੀ ਹੈ ਨਾ, ਇਹ ਜਿਹੜੀ ਵਸਦੀ ਹੈ ਨਾ ਬੁੱਧੀ, ਸਤਿਗੁਰੂ ਕਹਿੰਦੇ ਇਹ ਫਿਰ ਉਸ ਤੋਂ ਬਾਅਦ ਲਿਵ ਮੰਡਲ ਉਸ ਵਾਹਿਗੁਰੂ ਨਾਲ ਜੁੜ ਜਾਂਦੀ ਹੈ। ਫਿਰ ਨਾਮ ਦੇ ਨਾਲ ਅਨੇਕਾਂ ਚਿੰਤਨ ਤੋਂ ਇੱਕ ਚਿੰਤਨ ਵਿੱਚ ਮਨੁੱਖ ਆ ਜਾਂਦਾ ਹੈ। ਅਨੇਕਾਂ ਚਿੰਤਨ, ਜਿੱਥੇ ਪਦਾਰਥਾਂ ਨੂੰ ਚੇਤੇ ਕਰਦਾ ਸੀ ਮਨੁੱਖ, ਉੱਥੇ ਫਿਰ ਮਨੁੱਖ ਰੱਬ ਨੂੰ ਚੇਤੇ ਕਰਦਾ ਹੈ, ਇੱਕ ਅਕਾਲ ਪੁਰਖ ਨੂੰ ਚੇਤੇ ਕਰਦਾ ਹੈ, ਜਿੱਥੇ ਇੱਕ ਦਾ ਚਿੰਤਨ ਇਹਦੇ ਵਿੱਚ ਆ ਜਾਂਦਾ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਇਹ ਫਿਰ ਇੱਕ ਦਾ, ਇਹ ਜਿਹੜਾ ਇੱਕ ਵਿਆਪਕ ਜੋਤ ਚਿੰਤਨ ਵਿੱਚ ਆ ਜਾਈਦਾ ਹੈ। ਇੱਕ ਚਿੰਤਨ ਜਿਉਂ-ਜਿਉਂ ਵਧੇਗਾ ਤਿਉਂ-ਤਿਉਂ ਮਨ ਦੀ ਸੱਤਿਆ ਵਧੇਗੀ, ਸ਼ਕਤੀ ਵਧੇਗੀ, ਫਿਰ ਦ੍ਰਿਸ਼ਟੀ ਖੁੱਲੇਗੀ। ਫਿਰ ਪ੍ਰਤੀਤ ਹੋਵੇਗਾ ਕਿ ਸਿਮਰਨ ਦਾ ਮੂਲ ਆਧਾਰ, ਮੂਲ ਅਰਥ ਹੈ ਯਾਦ ਕਰਨਾ, ਪ੍ਰਸੰਨ ਹੋਣਾ, ਪਿਆਰ ਕਰਨਾ। ਸਿਮਰਨ ਦਾ ਫਲ ਹੈ ਬਿਰਤੀ ਦਾ ਉਦੇ ਹੋਣਾ। ਸਿਮਰਦੇ ਹਾਂ ਸਾਈਂ ਨੂੰ, ਉਹਦੇ ਨਾਲ ਪਿਆਰ ਉਪਜਦਾ ਹੈ। ਇਹ ਆਨੰਦ ਸਰੂਪ ਹੈ। ਉਸ ਪਿਆਰ ਬਿਰਤੀ ਨੂੰ ਸਿਮਰਿਆ ਆਨੰਦ ਆਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਇਹ ਜਿਹੜਾ ਮਨ ਆ ਨਾ, ਮਨ ਇਹ ਬੁੱਧੀ ਨੂੰ ਉੱਚਾ ਕਰੀਏ, ਨਾਮ ਸਿਮਰਨ ਕਰੀਏ। ਜਦੋਂ ਨਾਮ ਸਿਮਰਨ ਕਰਾਂਗੇ ਫਿਰ ਬੁੱਧੀ ਸਮਝ ਜਾਂਦੀ ਹੈ ਕਿ ਸਿਮਰਨ ਕੀ ਹੈ, ਨਾਮ ਕੀ ਹੈ। ਫਿਰ ਮਨ ਸਮਝ ਜਾਂਦਾ ਹੈ ਕਿ ਉਸ ਵਾਹਿਗੁਰੂ ਦੀ ਜਾਚ ਟਿਕਣਾ, ਉਸ ਇੱਕ ਦੇ ਵਿੱਚ ਟਿਕਣਾ ਜ਼ਰੂਰੀ ਹੈ। ਟਿਕਣਾ ਕਿਵੇਂ ਹੈ? ਪਿਆਰ ਦੇ ਨਾਲ। ਫਿਰ ਬਿਰਤੀ ਪਿਆਰ ਚ ਆ ਜਾਂਦੀ ਹੈ। ਫਿਰ ਮਨੁੱਖ ਪ੍ਰਸੰਨ ਹੁੰਦਾ ਹੈ। ਫਿਰ ਉਹਨੂੰ ਆਨੰਦ ਆ ਜਾਂਦਾ ਹੈ। ਆਨੰਦ ਸਰੂਪ ਵਾਹਿਗੁਰੂ ਨਾਲ ਜੁੜ ਜਾਂਦਾ ਹੈ। ਨਾਨੂ ਪੰਡਤ ਸ਼ਰਧਾ ਨਾਲ ਫਿਰ ਕਹਿੰਦਾ ਹੈ ਮਿਹਰ ਕਰੋ ਤੇ ਇਹ ਦਾਤ ਬਖਸ਼ਿਓ, ਚਰਨੀ ਲਾਓ। ਫਿਰ ਗੁਰੂ ਸਾਹਿਬ ਨੇ ਮਿਹਰ ਕਰਕੇ ਨਾਨੂ ਪੰਡਤ ਨੂੰ ਨਾਮਦਾਨ ਬਖਸ਼ਿਆ। ਫਿਰ ਇਸ ਟਿਕਾਣੇ ਸਤਿਗੁਰੂ ਦੇ ਮਾਰਗ ਤੇ ਅਨੇਕਾਂ ਲੋਕੀ ਆਏ। ਫਿਰ ਇੱਥੇ ਇੱਕ ਸਾਧ ਸੰਗਤ ਗੁਰਦੁਆਰਾ ਵੀ ਕੁਰਕਸ਼ੇਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਾਚ ਬਣਿਆ ਹੋਇਆ ਹੈ। ਸੋ ਇਹ ਜਿਹੜਾ ਨਾਨੂ ਪੰਡਤ ਆਪਣੇ ਆਪ ਨੂੰ ਸਾਧ ਸੰਗਤ ਕਹਿੰਦਾ ਸੀ ਕਿ ਮੈਂ ਹੀ ਨਾਨਕ ਹਾਂ, ਕਿਉਂਕਿ ਇਹਨੇ ਸਕੰਦ ਪੁਰਾਣ ਤੇ ਭਵਿੱਖਤ ਪੁਰਾਣ ਦੇ ਵਿੱਚ ਵਚਨ ਪੜ੍ਹੇ ਸਨ ਕਿ ਮੈਂ ਹੀ ਜਿਹੜਾ ਆ ਉਹ ਸਭ ਤੋਂ, ਕਿਉਂਕਿ ਇਹਦਾ ਨਾਮ ਨਾਨੂ ਸੀ, ਇਹਨੇ ਆਪਣਾ ਨਾਮ ਨਾਨਕ ਰੱਖ ਲਿਆ ਸੀ
ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਫਿਰ ਇਹਨੂੰ ਉਪਦੇਸ਼ ਦਿੱਤਾ, ਫਿਰ ਇਹਦਾ ਭਲਾ ਹੋਇਆ। ਇਹਦੇ ਪਿੱਛੇ ਹੀ ਅਨੇਕਾਂ ਪੰਡਤਾਂ ਦਾ, ਅਨੇਕਾਂ ਲੋਕਾਂ ਦਾ ਇਸ ਕੁਰੂਕਸ਼ੇਤਰ ਦੀ ਧਰਤੀ ਤੇ ਭਲਾ ਹੋਇਆ। ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਸਿੱਖੀ ਧਾਰਨ ਕੀਤੀ, ਅਨੇਕਾਂ ਲੋਕ ਸਿੱਖੀ ਚ ਆਏ, ਅਨੇਕਾਂ ਨੇ ਆਪਣੇ ਜੀਵਨ ਦਾ ਜਿਹੜਾ ਰਸਤਾ ਉਹ ਚੁਣਿਆ ਤੇ ਉਸ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਕਮਾਇਆ ਤੇ ਜੀਵਨ ਉਹਨਾਂ ਦਾ ਜਿਹੜਾ ਸੀ ਉਹ ਚੜ੍ਹਦੀ ਕਲਾ ਵਾਲਾ ਹੋ ਗਿਆ। ਸੋ ਸਾਧ ਸੰਗਤ ਇੱਥੇ ਹੀ ਹੁਣ ਆਪਾਂ ਸਮਾਪਤੀ ਕਰਦੇ ਹਾਂ। ਇਸ ਤੋਂ ਅੱਗੇ ਕੱਲ ਨੂੰ ਜਿਹੜੀ ਸਾਖੀ ਹੈ ਉਹ ਭਾਈ ਮਨਸੁਖ ਤੇ ਸ਼ਿਵਨਾਭ ਦੀ ਆਏਗੀ, ਰਾਜੇ ਸ਼ਿਵਨਾਭ ਦੀ ਤੇ ਮਨਸੁਖ ਦੀ। ਜੋ ਸ਼੍ਰੀ ਲੰਕਾ ਦਾ ਰਾਜਾ ਸੀ ਸ਼ਿਵਨਾਭ, ਜਿਹਦੇ ਕੋਲ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ ਮਨਸੁਖ ਰਹਿੰਦਾ ਹੈ, ਉੱਥੇ ਫਿਰ ਕੀ ਵਾਰਤਾ ਚੱਲਦੀ ਹੈ, ਕਿਵੇਂ ਗੁਰੂ ਨਾਨਕ ਸਾਹਿਬ ਰਾਜੇ ਸ਼ਿਵਨਾਭ ਨੂੰ ਦਰਸ਼ਨ ਦਿੰਦੇ ਆ, ਇਹ ਸਾਰੀ ਦੀ ਸਾਰੀ ਵਾਰਤਾ ਕੱਲ ਵਾਲੀ ਸਾਖੀ ਤੋਂ ਆਰੰਭ ਕਰਾਂਗੇ। ਸੋ ਇੱਥੇ ਮਹਾਰਾਜ ਨੇ ਨਾਨੋ ਪੰਡਤ ਨੂੰ ਉਪਦੇਸ਼ ਦਿੱਤਾ, ਅਨੇਕਾਂ ਜਾਣੇ ਮਹਾਰਾਜ ਦੇ ਕੋਲ ਆਏ। ਕੁਰੂਕਸ਼ੇਤਰ ਦੀ ਘਟਨਾ ਹੈ, ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਸੋ ਇੱਥੇ ਸਮਾਪਤੀ ਹੈ। ਸਾਧ ਸੰਗਤ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।